ਹਰ ਇੱਕ ਪਾਸੇ ਵੱਧਦੀ ਜਾਂਦੀ ਹੈ ਦਹਿਸ਼ਤ ਆਏ ਦਿਨ। ਬੰਦੇ ਦੇ ਵਿੱਚ ਵੱਧਦੀ ਜਾਂਦੀ ਵਹਿਸ਼ਤ ਆਏ ਦਿਨ। ਕੀ ਹੈ ਬੁਰਾ ਅਤੇ ਕੀ ਹੈ ਚੰਗਾ, ਇਸ ਤੋਂ ਪਰਖਣ ਲਈ ਮੁਨਕਰ ਹੁੰਦੀ ਜਾਂਦੀ ਹੈ ਹਰ ਅਦਾਲਤ ਆਏ ਦਿਨ। ਹੋਰ ਭਲਾ ਦੱਸ ਕਿਹੜੇ ਦਿਨ ਕਿਆਮਤ ਆਉਣੀ ਹੈ। ਕੁਝ ਲੋਕਾਂ ਤੇ ਢਹਿੰਦੀ ਪਈ ਹੈ ਕਿਆਮਤ ਆਏ ਦਿਨ। ਜੀ ਹਾਂ, ਮੈਂ ਹਾਂ ਭਲਿੰਦਰ ਸਿੰਘ ਵਿਰਮਾਨੀ ਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਨਜ਼ਰੀਆ। ਅੱਜ ਗੱਲ ਕਰਦੇ ਹਾਂ ਉਹਨਾਂ ਦਫ਼ਤਰਾਂ ਦੀ, ਉਹਨਾਂ ਕੰਪਨੀਆਂ ਦੀ, ਉਹਨਾਂ ਫੈਕਟਰੀਆਂ ਦੀ ਅਤੇ ਉਹਨਾਂ ਮਾਲਸ ਦੀ ਜੋ ਕਿ ਲੋਕਡਾਊਨ ਤੋਂ ਬਾਅਦ ਹੁਣ ਮੁੜ ਤੋਂ ਲੋਕਾਂ ਲਈ ਖੁੱਲ੍ਹ ਚੁੱਕੇ ਨੇ। ਅਤੇ ਫਿਰ ਲੋਕ ਬਿਨਾਂ ਕਿਸੇ ਡਰ ਦੇ, ਬਿਨਾਂ ਕਿਸੇ ਖੌਫ ਦੇ ਬਾਹਰ ਸੜਕਾਂ ਤੇ ਅਤੇ ਫਿਰ ਆਪਣੀਆਂ ਦਫ਼ਤਰ ਫੈਕਟਰੀਆਂ ਵਿੱਚ ਕੰਮ ਕਰਦੇ ਵਿਖਾਈ ਦੇ ਰਹੇ ਨੇ। ਵਰਲਡ ਹੈਲਥ ਆਰਗੇਨਾਈਜੇਸ਼ਨ ਸਮੇਤ ਵੱਖ-ਵੱਖ ਮੁਲਕਾਂ ਦੀਆਂ ਸਰਕਾਰਾਂ ਵਾਰ-ਵਾਰ ਲੋਕਾਂ ਨੂੰ ਆਗਾਹ ਕਰ ਰਹੀਆਂ ਨੇ ਕਿ ਹਾਲੇ ਵੀ ਖਤਰਾ ਖਤਮ ਨਹੀਂ ਹੋਇਆ। ਘਰੋਂ ਬਾਹਰ ਤਾਂ ਹੀ ਨਿਕਲੋ ਜੇ ਬਹੁਤ ਜ਼ਰੂਰੀ ਕੰਮ ਹੋਵੇ, ਨਹੀਂ ਤਾਂ ਘਰ ਵਿੱਚ ਹੀ ਰਹੋ। ਵੱਖ-ਵੱਖ ਦਫ਼ਤਰਾਂ ਵਿੱਚ ਕੰਮ ਲਈ ਜਾ ਰਹੇ ਲੋਕਾਂ ਨੂੰ ਖਾਸ ਇਹਤਿਆਤ ਵਰਤਣ ਦੀ ਸਲਾਹ ਜ਼ਰੂਰ ਦਿੱਤੀ ਜਾ ਰਹੀ ਹੈ, ਪਰ ਲੋਕ ਬੇਖੌਫ ਨੇ। ਲੋਕਾਂ ਨੂੰ ਜ਼ਰੂਰ ਇਹ ਲੱਗ ਰਿਹਾ ਹੈ ਕਿ ਸ਼ਾਇਦ ਕੋਰੋਨਾ ਵਾਇਰਸ ਉਹਨਾਂ ਨੂੰ ਉਹਨਾਂ ਦੇ ਦਫ਼ਤਰ ਵਿੱਚ ਤਾਂ ਲੱਭ ਹੀ ਨਹੀਂ ਸਕਦਾ ਅਤੇ ਨਾ ਹੀ ਇਹ ਵਾਇਰਸ ਉਹਨਾਂ ਨੂੰ ਉਹਨਾਂ ਦੇ ਆਪਣੇ ਸਹਿ ਮੁਲਾਜ਼ਮਾਂ ਤੋਂ ਹੀ ਹੋ ਸਕਦਾ ਹੈ। ਸੋ ਡਰਨ ਦੀ ਲੋੜ ਕੀ ਹੈ। ਤੁਹਾਨੂੰ ਦੱਸਿਆ ਅਮਰੀਕਾ ਦਾ ਹਾਲ, ਜਿੱਥੇ ਬੀਤੇ ਦਿਨੀ ਹੀ ਕੈਲੀਫੋਰਨੀਆ ਦੇ ਲਿਵਿੰਗਸਟਨ ਸ਼ਹਿਰ ਵਿੱਚ ਮੌਜੂਦ ਫੋਸਟਰ ਫਾਰਮਸ ਵਿੱਚ ਤਕਰੀਬਨ 300 ਲੋਕਾਂ ਨੂੰ ਕੋਵਿਡ-19 ਪੋਜ਼ਿਟਿਵ ਪਾਇਆ ਗਿਆ। ਜੀ ਹਾਂ, ਇਹੀ ਨਹੀਂ ਬਲਕਿ ਕੋਰੋਨਾ ਵਾਇਰਸ ਕਾਰਨ ਇੱਥੋਂ ਦੇ 7 ਮੁਲਾਜ਼ਮਾਂ ਦੀ ਮੌਤ ਵੀ ਹੋ ਚੁੱਕੀ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ ਪਿਛਲੇ ਕਈ ਸਾਲਾਂ ਤੋਂ ਫੋਸਟਰ ਫਾਰਮਸ ਆਪਣੇ ਕੰਮ ਨੂੰ ਬਖੂਬੀ ਅੰਜਾਮ ਦਿੰਦਾ ਆ ਰਿਹਾ ਹੈ। ਇੱਥੇ ਕੰਮ ਕਰਦੇ ਤਕਰੀਬਨ 3700 ਮੁਲਾਜ਼ਮਾਂ ਦੀ ਇੱਕ ਵੱਖਰੀ ਯੂਨੀਅਨ ਵੀ ਹੈ ਜੋ ਆਪਣੇ ਕੰਮ ਨੂੰ ਚੰਗੀ ਤਰ੍ਹਾਂ ਦਿਨ ਰਾਤ ਕਰਦੇ ਨੇ। ਫੋਸਟਰ ਫਾਰਮ ਇੱਕ ਮੀਟ ਦੀ ਫੈਕਟਰੀ ਹੈ ਜੋ ਕਿ ਅਮਰੀਕਾ ਭਰ ਵਿੱਚ ਥਾਂ-ਥਾਂ ਮੀਟ ਪਹੁੰਚਾਉਂਦੀ ਹੈ। ਇਸ ਲਈ ਇੱਥੇ ਸਾਫ਼ ਸਫਾਈ ਦਾ ਇੰਤਜ਼ਾਮ ਵੀ ਬੇਹੱਦ ਜ਼ਿਆਦਾ ਹੈ। ਪਰ ਫਿਰ ਵੀ ਇੱਥੋਂ ਦੇ 300 ਮੁਲਾਜ਼ਮਾਂ, ਜੀ ਹਾਂ 300 ਮੁਲਾਜ਼ਮਾਂ ਨੂੰ ਪੋਜ਼ਿਟਿਵ ਪਾਇਆ ਜਾਣਾ ਵਾਕਈ ਹੀ ਚਿੰਤਾ ਦੀ ਗੱਲ ਜ਼ਰੂਰ ਹੈ। ਅਤੇ ਹੁਣ ਜਦੋਂ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨਾਲ ਇਸ ਦੇ ਕਾਰਨਾਂ ਬਾਰੇ ਗੱਲ ਕੀਤੀ ਜਾ ਰਹੀ ਹੈ ਤਾਂ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਉਹ ਕੰਪਨੀ ਵਿੱਚ ਤਾਂ ਆਪਣੇ ਮੁਲਾਜ਼ਮਾਂ ਦਾ ਧਿਆਨ ਰੱਖ ਸਕਦੇ ਨੇ, ਪਰ ਕੰਪਨੀ ਤੋਂ ਬਾਹਰ ਮੁਲਾਜ਼ਮ ਆਪਣਾ ਧਿਆਨ ਖੁਦ ਰੱਖਣ। ਹੁਣ ਇਸ ਬਿਆਨ ਨੂੰ ਸਹੀ ਵੀ ਠਹਿਰਾਇਆ ਜਾ ਸਕਦਾ ਹੈ, ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅੱਜ ਦੇ ਸਮੇਂ ਜਦੋਂ ਕੋਰੋਨਾ ਦਾ ਕਹਿਰ ਪੂਰੀ ਦੁਨੀਆ ਵਿੱਚ ਪਸਰਿਆ ਹੋਇਆ ਅਤੇ ਲੋਕਾਂ ਨੂੰ ਘਰੋਂ ਬਾਹਰ ਆਪਣੇ ਕੰਮ ਤੇ ਵੀ ਜਾਣਾ ਪੈ ਰਿਹਾ ਹੈ, ਤਾਂ ਅਜਿਹੇ ਵਿੱਚ ਕਿਸ ਤਰ੍ਹਾਂ ਲੋਕ ਆਪਣਾ ਧਿਆਨ ਰੱਖਣ ਅਤੇ ਫਿਰ ਦੂਜੇ ਲੋਕ ਕਿਸ ਤਰ੍ਹਾਂ ਆਪਣੇ ਆਪ ਨੂੰ ਕੋਰੋਨਾ ਤੋਂ ਮਹਿਫੂਜ਼ ਰੱਖਣ। ਇਸ ਬਾਰੇ ਚਰਚਾ ਕਰਨ ਲਈ ਜਦੋਂ ਅਸੀਂ ਫੋਸਟਰ ਫਾਰਮ ਦੇ ਕੁਝ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਭਾਵੇਂ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ, ਪਰ ਦਬੀ ਜ਼ਬਾਨ ਵਿੱਚ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਜੇਕਰ ਉਹ ਮੀਡੀਆ ਸਾਹਮਣੇ ਆ ਕੇ ਆਪਣੀ ਕੰਪਨੀ ਬਾਰੇ ਕੁਝ ਦੱਸਦੇ ਨੇ ਤਾਂ ਉਹਨਾਂ ਦੀ ਨੌਕਰੀ ਨੂੰ ਖਤਰਾ ਜ਼ਰੂਰ ਬਣ ਜਾਏਗਾ। ਸੋ ਇੱਕ ਚੰਗੇ ਮੀਡੀਆ ਦਾ ਫਰਜ਼ ਨਿਭਾਉਂਦਿਆਂ ਅਸੀਂ ਉਹਨਾਂ ਨੂੰ ਕੈਮਰੇ ਸਾਹਮਣੇ ਆਉਣ ਲਈ ਦਬਾਅ ਵੀ ਨਹੀਂ ਪਾਇਆ। ਬਸ ਸਾਡੇ ਨਾਲ ਕੁਝ ਅਜਿਹੇ ਮਹਿਮਾਨ ਅੱਜ ਜ਼ਰੂਰ ਮੌਜੂਦ ਨੇ ਜੋ ਇਸ ਵਿਸ਼ੇ ਤੇ ਆਪਣਾ ਨਜ਼ਰੀਆ ਦੁਨੀਆ ਸਾਹਮਣੇ ਰੱਖਣਗੇ। ਜੀ ਹਾਂ, ਸਾਡੇ ਨਾਲ ਜੁੜੇ ਹੋਏ ਨੇ ਕੈਲਗਰੀ ਤੋਂ ਐਨਡੀਪੀ ਦੇ ਲੀਡਰ ਪਰਮੀਤ ਸਿੰਘ ਜੋ ਕਿ ਵਾਈਸ ਪ੍ਰੈਜ਼ੀਡੈਂਟ ਨੇ ਐਲਬਰਟਾ ਐਨਡੀਪੀ ਦੇ, ਅਤੇ ਨਾਲ ਹੀ ਸਾਡੇ ਨਾਲ ਜੁੜੇ ਹੋਏ ਨੇ ਭਰਤ ਰਾਣਾ ਜੀ ਜੋ ਕਿ ਚੇਨ ਆਫ ਰੈਸਟੋਰੈਂਟਸ ਦੇ ਮਾਲਕ ਨੇ ਕੈਲਗਰੀ ਵਿੱਚ, ਅਤੇ ਹੋਰ ਵੀ ਥਾਵਾਂ ਤੇ ਇਹਨਾਂ ਦੇ ਰੈਸਟੋਰੈਂਟਸ ਮੌਜੂਦ ਨੇ। ਸੋ ਬਹੁਤ-ਬਹੁਤ ਸਵਾਗਤ ਹੈ ਸਾਡੇ ਦੋਹਾਂ ਹੀ ਖਾਸ ਮਹਿਮਾਨਾਂ ਦਾ ਇਸ ਖਾਸ ਜੋ ਪ੍ਰੋਗਰਾਮ ਨਜ਼ਰੀਆ ਵਿੱਚ। ਅਤੇ ਸਭ ਤੋਂ ਪਹਿਲਾਂ ਤਾਂ ਪਰਮੀਤ ਜੀ ਤੁਹਾਡੇ ਤੋਂ ਜਾਣਨਾ ਚਾਹਾਂਗੇ, ਕਿਉਂਕਿ ਤੁਸੀਂ ਸਿੱਧੇ ਜਾਂ ਅਸਿੱਧੇ ਤੌਰ ਤੇ ਸਰਕਾਰਾਂ ਨਾਲ ਜੁੜੇ ਹੋਏ ਹੋ, ਬਹੁਤ ਸਪਸ਼ਟ ਸ਼ਬਦਾਂ ਵਿੱਚ ਜਾਣਨਾ ਚਾਹਾਂਗਾ। ਅਤੇ ਰਾਣਾ ਸਾਹਿਬ ਤੁਹਾਡੇ ਤੋਂ ਵੀ ਜਾਣਨਾ ਚਾਹਾਂਗੇ ਉਹਨਾਂ ਦੇ ਸਵਾਲ ਤੋਂ ਬਾਅਦ ਕਿ ਇੱਕ ਕੰਪਨੀ ਵਿੱਚ 300 ਮੁਲਾਜ਼ਮ ਜਦੋਂ ਕੋਰੋਨਾ ਦੀ ਭੇਂਟ ਚੜ੍ਹ ਜਾਂਦੇ ਨੇ, ਉਹ ਵੀ ਉਸ ਕੰਪਨੀ ਵਿੱਚ ਜਦੋਂ ਉਹ ਖਾਣ ਪੀਣ ਦਾ ਸਮਾਨ ਵੱਖ-ਵੱਖ ਥਾਵਾਂ ਤੇ ਮੁਹੱਈਆ ਕਰਵਾਉਂਦੀ ਹੈ, ਕਿ ਅਜਿਹੇ ਵਿੱਚ ਸਰਕਾਰਾਂ ਦਾ ਫਰਜ਼ ਕੀ ਬਣਦਾ ਹੈ ਅਤੇ ਫਿਰ ਕੰਪਨੀ ਦਾ ਇਹ ਕਹਿ ਦੇਣਾ ਕਿ ਅਸੀਂ ਸਿਰਫ ਕੰਪਨੀ ਦੇ ਅੰਦਰ ਸੁਰੱਖਿਆ ਕਰ ਸਕਦੇ ਹਾਂ ਪਰ ਬਾਹਰ ਨਹੀਂ, ਇਹ ਬਿਆਨ ਕਿੱਥੋਂ ਤੱਕ ਵਾਜਿਬ ਹੈ? ਸਭ ਤੋਂ ਪਹਿਲਾਂ ਇਸ ਸਵਾਲ ਦਾ ਜਵਾਬ ਮੈਂ ਪਰਮੀਤ ਜੀ ਤੁਹਾਡੇ ਤੋਂ ਲੈਣਾ ਚਾਹਾਂਗਾ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਆਦਾਬ। ਭੁਲਿੰਦਰ ਭਾਜੀ ਆਪ ਜੀ ਦਾ ਤੇ ਚੜ੍ਹਦੀ ਕਲਾ ਟਾਈਮ ਦੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਇਸ ਬੜੇ ਵਧੀਆ ਇਸ਼ੂ ਦੇ ਉੱਪਰ ਸੰਗਤਾਂ ਦੇ ਰੂਬਰੂ ਕਰਵਾਇਆ। ਹਾਂਜੀ, ਜਿਵੇਂ ਆਪਾਂ ਗੱਲ ਕਰਦੇ ਹਾਂ, ਜਿਹੜਾ EMPLOYE ਹੁੰਦਾ ਜੀ ਇੱਕ ਕੰਪਨੀ ਦਾ ਬਹੁਤ ਵੱਡਾ ਐਸੈਟ ਹੁੰਦਾ ਜੀ। ਜੇ ਉਹ ਕੰਪਨੀ ਦਾ ਕਹਿਣਾ ਕਿ ਅਸੀਂ ਇੱਕ EMPLOYE ਵਾਸਤੇ ਸਿਰਫ ਕੰਪਨੀ ਦੇ ਵਿੱਚ ਜ਼ਿੰਮੇਵਾਰ ਹਾਂ, ਜਦੋਂ ਤੱਕ ਕੰਮ 'ਤੇ ਜ਼ਿੰਮੇਵਾਰ ਹਾਂ ਉਦੋਂ ਬਾਅਦ ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਮੈਂ ਸਮਝਦਾ ਕਿ ਉਹਨਾਂ ਦਾ ਤੇ ਸਰਕਾਰਾਂ ਦਾ ਪੂਰਾ ਇਹਦੇ ਵਿੱਚ ਰੋਲ ਪਲੇ ਕਰਨਾ ਬਣਦਾ ਕਿ ਹਰ ਇੱਕ ਜਿਹੜਾ ਨਾਗਰਿਕ ਆ ਉਹਦੀ ਜਿਹੜੀ ਸੇਫਟੀ ਦੀ ਜ਼ਿੰਮੇਵਾਰੀ ਹੈਗੀ ਆ, ਜਿਹੜੀ ਉਹਦੀ ਹੈਲਥ ਦੀ ਜ਼ਿੰਮੇਵਾਰੀ ਹੈਗੀ ਆ, ਉਹਦੇ ਕਿਤੇ ਨਾ ਕਿਤੇ ਸਰਕਾਰਾਂ ਵੀ ਉਹਦੇ ਵਿੱਚ ਹੈਗੀਆਂ ਜੀ, ਇਨਵੋਲਵ ਨੇ ਜੀ। ਤੇ ਇਹ ਕਹਿਣਾ ਬਿਲਕੁਲ
ਕਿ ਉਹਨਾਂ ਦੀ ਜ਼ਿੰਮੇਵਾਰੀ ਸਿਰਫ ਕੰਪਨੀ ਤੱਕ ਆ। ਜੇ ਉਹਨਾਂ ਨੂੰ ਚਾਹੀਦਾ ਕਿ ਸਰਕਾਰਾਂ ਨੂੰ ਤੇ ਕੰਪਨੀ ਨੂੰ ਕਿ ਆਪਦੇ EMPLOYEES ਨੂੰ ਪ੍ਰੋਪਰ PPE ਪ੍ਰੋਪਰ ਜਿਹੜੇ ਇਕੁਇਪਮੈਂਟਸ ਨੇ ਪ੍ਰੋਵਾਈਡ ਕਰਨ, ਜਿਹੜੇ ਕੰਪਨੀ ਤੋਂ ਬਾਹਰ ਜਾ ਕੇ ਵੀ ਬੰਦਾ ਆਪਦੀ ਧਿਆਨ ਸਿਹਤ ਦਾ ਰੱਖੇ, ਤੇ ਨਾਲ ਦੀ ਨਾਲ ਪ੍ਰੋਪਰ ਜਿਹੜੀ ਉਹਨਾਂ ਨੂੰ ਕੋਈ ਉੱਥੇ ਅਵੇਅਰਨੈਸ ਜਾਂ ਐਜੂਕੇਸ਼ਨ ਜਾਂ ਕੋਈ ਇਦਾਂ ਦੇ ਸੈਮੀਨਾਰ ਵੀ ਲਾਉਣੇ ਚਾਹੀਦੇ ਨੇ, ਜਿਹੜੇ ਨਾਲ ਦੀ ਨਾਲ ਅਵੇਅਰ ਕਰ ਸਕਣ। ਜਦੋਂ EMPLOYEE ਬਾਹਰ ਵਿਚਰਦੇ ਨੇ, ਕਿਤੇ ਬੰਦਾ ਕਿਤੇ ਵਿਚਰਦਾ, ਤੇ ਨਾਲ ਦੀ ਨਾਲ ਉਹਨਾਂ ਨੂੰ ਕਿਹੜੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ, ਤੇ ਨਾਲ ਦੀ ਨਾਲ ਇੱਕ ਰਿਮਾਈਂਡਰ ਵੀ ਜ਼ਰੂਰੀ ਹੈ ਜੀ। ਜੀ ਬਿਲਕੁਲ ਠੀਕ ਹੈ। ਭਰਤ ਰਾਣਾ ਜੀ, ਇਹੀ ਸਵਾਲ ਮੈਂ ਹੁਣ ਤੁਹਾਡੇ ਤੋਂ ਵੀ ਕਰਨਾ ਚਾਹਾਂਗਾ ਕਿ ਇਸ ਸਵਾਲ ਦਾ ਨਜ਼ਰੀਆ ਤੁਸੀਂ ਕਿਸ ਤਰ੍ਹਾਂ ਪੇਸ਼ ਕਰੋਗੇ? Paji, thank you so much for having me here. I think this is the responsibility of every person, every business, every worker, or every citizen to protect each and every one. Even like we go out, we as a small business owner, I go out to get some groceries, to get my stuff, and I just want to make sure I have my gloves on, I have my mask on, and I have the staff working with me. So that's my responsibility to take care of each and every one of the staff, make sure I aware them what they have to do. They should have the gloves on, they should have the mask on, they should have used the sanitizer all the time, they have to clean the counters. So I think it's a responsibility of each and every one of us actually. ਜੀ ਬਿਲਕੁਲ ਠੀਕ ਹੈ ਗੱਲ। ਪਰ ਰਾਣਾ ਸਾਹਿਬ, ਇੱਥੇ ਇਹ ਵੀ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ ਕਿ ਤੁਸੀਂ ਖੁਦ ਰੈਸਟੋਰੈਂਟਸ ਦੀ ਚੇਨ ਚਲਾ ਰਹੇ ਹੋ ਅਤੇ ਤੁਹਾਡੇ ਵੀ ਉੱਥੇ ਲੋਕ ਜ਼ਰੂਰ ਕੰਮ ਕਰ ਰਹੇ ਹੋਣਗੇ, ਪਰ ਜੇਕਰ ਕੋਈ ਖਾਣ ਪੀਣ ਦੀ ਫੈਕਟਰੀ, ਜਿਵੇਂ ਕਿ ਅੱਜ ਫੋਸਟਰ ਫਾਰਮਸ ਦੀ ਗੱਲ ਕਰ ਰਹੇ ਹਾਂ, ਉੱਥੇ ਇਸ ਤਰ੍ਹਾਂ ਦਾ ਆਊਟਬ੍ਰੇਕ ਹੋਣਾ, 300 ਮੁਲਾਜ਼ਮਾਂ ਦਾ ਕੋਵਿਡ ਪੋਜ਼ਿਟਿਵ ਪਾਇਆ ਜਾਣਾ, ਇਹ ਬਹੁਤ ਹੀ ਵੱਡੀ ਗੱਲ ਹੈ। ਅਤੇ ਕਿਉਂਕਿ ਉੱਥੇ ਖਾਣ ਪੀਣ ਦੀ ਚੀਜ਼ ਬਣਦੀ ਹੈ, ਉਹ ਚੀਜ਼ਾਂ ਵੀ ਲੋਕਾਂ ਦੇ ਘਰਾਂ ਤੱਕ ਵੀ ਪਹੁੰਚਦੀ ਹੈ। ਅਜਿਹੇ ਵਿੱਚ ਲੋਕ ਡਰ ਵੀ ਜਾਣਗੇ। ਤੁਹਾਨੂੰ ਕੀ ਲੱਗਦਾ ਹੈ, ਕੰਪਨੀ ਦੀ ਆਪਣੀ ਮੋਰਲ ਰਿਸਪੌਂਸਿਬਿਲਿਟੀ ਕੀ ਬਣਦੀ ਹੈ? Like outbreak, as we are working here, so we just want to make sure we give this customer comes in, we have them the sanitizer, we have them please we are awaiting the customer to do curbside instead of coming to the store. So they have they don't have to come in the store. We can drop off the food to the car, they can pay right there and go back. ਜੀ ਪਰਮੀਤ ਜੀ, ਤੁਹਾਡੇ ਤੋਂ ਵੀ ਇਹ ਜ਼ਰੂਰ ਜਾਣਨਾ ਚਾਹਾਂਗੇ ਕਿ 300 ਮੁਲਾਜ਼ਮ ਜਿਹੜੇ ਕੋਵਿਡ-19 ਦੀ ਚਪੇਟ ਵਿੱਚ ਆਏ ਨੇ, ਉਹ ਅਮਰੀਕਾ ਦੇ ਨੇ, ਪਰ ਇਹ ਹਾਦਸਾ ਕਿਤੇ ਵੀ ਵਾਪਰ ਸਕਦਾ ਹੈ। ਫਿਰ ਭਾਵੇਂ ਤੁਸੀਂ ਕੈਨੇਡਾ ਵਿੱਚ ਬੈਠੇ ਹੋ, ਕੈਨੇਡਾ ਵਿੱਚ ਵਾਪਰ ਸਕਦਾ ਹੈ, ਭਾਰਤ ਵਿੱਚ ਵੀ ਵਾਪਰ ਸਕਦਾ ਹੈ, ਆਸਟ੍ਰੇਲੀਆ, UK, ਕਿਤੇ ਵੀ ਹੋ ਸਕਦਾ ਹੈ। ਕੀ ਅਗਾਂਹ ਵਧੂ ਮੁਲਕ, ਜਿਨ੍ਹਾਂ ਤੋਂ ਹੋਰ ਛੋਟੇ ਮੁਲਕ ਸਿੱਖ ਕੇ ਹੀ ਅੱਗੇ ਵਧਦੇ ਨੇ, ਉਹ ਵੀ ਹੁਣ ਕੋਰੋਨਾ ਹਾਂਜੀ ਭਾਜੀ, ਡੈਫੀਨੇਟਲੀ ਜਿਵੇਂ ਹੁਣ ਲੱਗ ਰਿਹਾ, ਪਹਿਲਾਂ ਕੰਟਰੋਲ ਹੋ ਗਿਆ ਸੀ, ਦੁਬਾਰਾ ਫਿਰ ਵੱਧ ਰਿਹਾ। ਬੜੀ ਅਨਫੋਰਚੂਨੇਟ ਗੱਲ ਹੈ ਜੀ ਇਹ, ਜਿਹੜਾ ਦੁਬਾਰਾ ਆਊਟਬ੍ਰੇਕ ਹੋ ਰਿਹਾ। ਇੱਥੇ ਵੀ ਆਪਣੇ ਕੈਲਗਰੀ ਦੇ ਵਿੱਚ ਵੀ 2 ਪਲਾਂਟ ਇਨੀਸ਼ੀਅਲੀ ਸੀਗੇ, ਉਹਨਾਂ ਦੇ ਵਿੱਚ ਆਊਟਬ੍ਰੇਕ ਹੋਇਆ ਸੀ, ਬੜਾ ਔਖਾ ਕੰਟਰੋਲ ਹੋਇਆ ਸੀ ਭਾਜੀ। ਦੂਜਾ ਗੱਲ ਇਹ, ਜਿਹੜੀ ਡਿਜ਼ੀਜ਼ ਦਾ ਹੈਗਾ ਕਿ ਉਹਨੂੰ ਨਹੀਂ ਹੁੰਦਾ, ਜਿਹੜੇ ਸਾਇਲੈਂਟ ਜਿਹੜੇ ਹੈਗੇ ਕੈਰੀਅਰ ਹੈਗੇ ਆ, ਉਹਨਾਂ ਤੋਂ ਜ਼ਿਆਦਾ ਫਰਕ ਪੈਂਦਾ, ਮਤਲਬ ਉਹਨਾਂ ਤੋਂ ਜ਼ਿਆਦਾ ਫੈਲਦਾ। ਸੌਰੀ, ਥੋੜਾ ਕੀ ਸੀਗਾ ਜੀ ਲਾਸਟ ਸਵਾਲ, ਮੈਨੂੰ ਦੱਸਿਓ, ਥੋੜਾ ਜਿਹਾ ਥੋੜੀ ਆਵਾਜ਼ ਖਰਾਬ ਹੋ ਗਈ ਸੀ। ਜੀ ਮੇਰਾ ਸਵਾਲ ਇਹ ਸੀ ਕਿ ਜਿਹੜੇ ਵੱਡੇ ਅਗਾਂਹ ਵਧੂ ਮੁਲਕ ਹੁੰਦੇ ਨੇ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, UK, ਜਦੋਂ ਇਸ ਤਰ੍ਹਾਂ ਆਊਟਬ੍ਰੇਕ ਹੋਣਾ ਸ਼ੁਰੂ ਹੋ ਜਾਏ, ਕਿਉਂਕਿ ਹੁਣ ਅਨਲੌਕ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਅਤੇ ਅਨਲੌਕ ਦੀ ਪ੍ਰਕਿਰਿਆ ਤਾਂ ਹੀ ਸ਼ੁਰੂ ਕੀਤੀ ਗਈ ਹੈ ਕਿਉਂਕਿ ਸਰਕਾਰਾਂ ਜਿਹੜੀਆਂ ਨੇ ਲੋਕਾਂ ਵਿੱਚ ਭਰੋਸਾ ਕਰਦੀਆਂ ਨੇ, ਅਤੇ ਹੁਣ ਜਦੋਂ ਮੁਲਕਾਂ ਵਿੱਚ ਆਊਟਬ੍ਰੇਕ ਦੀ ਸਥਿਤੀ ਸਾਹਮਣੇ ਆ ਰਹੀ ਹੈ ਅਤੇ ਅਸੀਂ ਇਹ ਸਮਝਣ ਤੇ ਮਜਬੂਰ ਹੋ ਰਹੇ ਹਾਂ ਕਿ ਲੋਕਾਂ ਦੀ ਸੋਚ ਕਿੱਥੇ ਜਾ ਰਹੀ ਹੈ, ਤੁਹਾਨੂੰ ਲੱਗਦਾ ਹੈ ਕਿ ਕੋਰੋਨਾ ਦੇ ਚਲਦਿਆਂ ਇਹ ਵੱਡੇ ਮੁਲਕ ਵੀ ਪਿੱਛੇ ਹੁੰਦੇ ਜਾ ਰਹੇ ਨੇ? ਹਾਂਜੀ, ਡੈਫੀਨੇਟਲੀ ਭਾਜੀ, ਜਿਵੇਂ ਉਹਦੇ ਨਾਲ ਜਿਵੇਂ ਇਹ ਜਿਹੇ ਮੁਲਕਾਂ ਦੇ ਵਿੱਚ ਕੋਈ ਬ੍ਰੇਕਡਾਊਨ ਹੁੰਦੇ ਆ, ਡੈਫੀਨੇਟਲੀ ਜਿਹੜੀਆਂ ਬਾਕੀ ਕੰਟਰੀਜ਼ ਜਿਹੜੀ ਇਹਨਾਂ ਨੂੰ ਫੋਲੋ ਕਰਦੀਆਂ ਨੇ ਜਾਂ ਰੂਰਲ ਮਾਡਲ ਸਮਝਦੀਆਂ ਨੇ, ਉਹਨਾਂ ਦੇ ਵੀ ਮੋਰਾਲ ਕਿਤੇ ਨਾ ਕਿਤੇ ਕਮਿਊਨਿਟੀ ਦਾ, ਉਹਨਾਂ ਦੇ ਜਿਹੜੇ ਸਿਟੀਜ਼ਨਸ ਨੇ ਜਾਂ ਜਿਹੜੇ ਵਸਿੰਦੇ ਨੇ, ਉਹਨਾਂ ਦਾ ਮੋਰਾਲ ਜ਼ਰੂਰ ਡੈਫੀਨੇਟਲੀ ਡਾਊਨ ਹੁੰਦਾ ਜਦੋਂ ਦੇਖਦੇ ਨੇ ਵੀ ਅਜਿਹੇ ਵਿਕਸਿਤ ਮੁਲਕ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਵੀ ਆਊਟਬ੍ਰੇਕ ਹੋ ਰਹੇ ਨੇ, ਤਾਂ ਡੈਫੀਨੇਟਲੀ ਉਹ ਥੋੜ੍ਹਾ ਜਿਹਾ ਢੇਰੀ ਢਾਹ ਦਿੰਦੇ ਨੇ, ਤੇ ਉਹ ਫਿਰ ਇਸ ਚੀਜ਼ ਨੂੰ ਇੱਕ ਕੈਜੂਅਲ ਲੈਣ ਲੱਗ ਜਾਂਦੇ ਨੇ ਵੀ ਚਲੋ ਕੋਈ ਗੱਲ ਨਹੀਂ, ਜੇ ਉੱਥੇ ਹੋ ਰਿਹਾ ਤਾਂ ਇਹ ਨਾਰਮਲ ਹੀ ਹੋਊਗਾ। ਤੇ ਡੈਫੀਨੇਟਲੀ ਇਸ ਚੀਜ਼ ਦਾ ਸਾਰਿਆਂ ਦੀ ਮੈਂਟੈਲਿਟੀ ਤੇ ਮੋਰਾਲ ਦੇ ਉੱਪਰ ਫਰਕ ਪੈਂਦਾ, ਤੇ ਲੋਕ ਫਿਰ ਉਹਨੂੰ ਕੈਜੂਅਲੀ ਲੈ ਕੇ ਥੋੜ੍ਹਾ ਜਿਹਾ ਟੇਕ ਇਟ ਈਜ਼ੀ ਲੈਣ ਲੱਗ ਜਾਂਦੇ ਨੇ ਜੀ। ਤੇ
ਜੀ ਬਿਲਕੁਲ। ਅਤੇ ਭਰਤ ਰਾਣਾ ਜੀ, ਇਹੀ ਸਵਾਲ ਮੈਂ ਤੁਹਾਡੇ ਤੋਂ ਵੀ ਕਰਨਾ ਚਾਹਾਂਗਾ, ਕਿਉਂਕਿ ਵੱਡੇ ਮੁਲਕਾਂ ਵਿੱਚ ਤੁਸੀਂ ਰਹਿ ਰਹੇ ਹੋ, ਕੈਨੇਡਾ ਵਰਗੀ ਧਰਤੀ ਤੇ ਤੁਸੀਂ ਰਹਿ ਰਹੇ ਹੋ, ਅਤੇ ਫਿਰ ਅਮਰੀਕਾ ਵਿੱਚ ਵੀ ਆਊਟਬ੍ਰੇਕ ਹੋ ਚੁੱਕਾ ਹੈ। ਇੱਥੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਵੱਡੇ ਮੁਲਕ ਵੀ ਕੋਰੋਨਾ ਤੋਂ ਆਪਣੇ ਆਪ ਨੂੰ ਬਚਾ ਨਹੀਂ ਪਾ ਰਹੇ, ਆਊਟਬ੍ਰੇਕ ਤੋਂ ਵੀ ਆਪਣੇ ਆਪ ਨੂੰ ਬਚਾ नहीं पा रहे? यही है जैसे परमीत पाजी ने कहा कि लोग मतलब ऐसे अभी आउट बाहर इस तरह से लोग करते हैं एंड हम मतलब बाहर जा रहे हैं एंड they still like they have everything but they do not have everything. They have like they still have to do the safety and precaution, like we have to aware if it's like if they said like they have the like mask mandatory awareness, all these things they should do actually, but people are not taking it seriously. We have seen in the Canada, in Calgary, like we have seen people, like so much people together. We've seen that, but they are not taking precaution on that, which they should. ਜੀ ਗੱਲ ਤਾਂ ਉੱਥੇ ਹੀ ਆ ਗਈ ਕਿ ਪ੍ਰੀਕਾਸ਼ਨਸ ਲੋਕਾਂ ਨੇ ਲੈਣੀਆਂ ਤੇ ਸਰਕਾਰ ਆਪਣੇ ਵੱਲੋਂ ਪੂਰੀ ਤਰ੍ਹਾਂ ਨਾਲ ਇਹਤਿਆਤ ਵਰਤਣ ਦੀ ਸਲਾਹ ਵੀ ਦੇ ਰਹੀ ਹੈ, ਪਰ ਲੋਕ ਜਾਗਰੂਕ ਕਿਉਂ ਨਹੀਂ ਹੋ ਪਾ ਰਹੇ? ਲੋਕ ਬੇਖੌਫ ਕਿਉਂ ਨੇ? ਕਿਉਂਕਿ ਜਦੋਂ ਤੱਕ ਲੋਕਡਾਊਨ ਦੀ ਸਥਿਤੀ ਸੀ, ਲੋਕ ਆਪਣੇ ਘਰਾਂ ਵਿੱਚ ਬੈਠੇ ਹੋਏ ਸੀ, ਅਤੇ ਹੁਣ ਜਦੋਂ ਅਨਲੌਕ ਹੋਣਾ ਸ਼ੁਰੂ ਹੋ ਚੁੱਕਾ ਹੈ, ਲੋਕ ਬੇਖੌਫ ਕਿਉਂ ਨੇ? ਉਹਨਾਂ ਨੂੰ ਕੀ ਲੱਗ ਰਿਹਾ ਹੈ ਕਿ ਕਰੋਨਾ ਸਾਡੇ ਘਰ ਤੱਕ ਨਹੀਂ ਪਹੁੰਚ ਪਾਏਗਾ ਹੁਣ? ਰਾਣਾ ਸਾਹਿਬ, ਇਹ ਸਵਾਲ ਮੇਰਾ ਤੁਹਾਡੇ ਤੋਂ ਹੈ। थोड़ा रिपीट करेंगे प्लीज? जी, मेरा सवाल ये सी कि तुसी कह रहे हो कि लोग अपने प्रिकॉशंस लेके बाहर नहीं जा रहे, अपने को सैनिटाइजर नहीं रख रहे या मास्क नहीं रख रहे। मेरा सवाल, जिवें साडा अज दा साडा प्रोग्राम है, लोकां दी जान दा जिम्मेवार कौन है? कि लोग खुद अपनी जान दी परवाह नहीं कर रहे? क्यों वो जागरूक नहीं हो पा रहे, या फिर सरकारां उन्हां नूं जागरूक कर नहीं पा रहीआं? भाजी ऐप बड़ा डिफरेंट चीज है। सरकार बहुत कोशिश कर रही है, लाइक सरकार इज ट्राइंग, लाइक गवर्नमेंट ट्राइंग द बेस्ट कि भाई ए ना करो, तुसी मास्क पहनो, तुसी मैंडेटरी ग्लव्स पाओ, तुसी ये करो, तुसी वो करो। पीपल्स आर लाइक कहते हैं ना कि जब अपने आप पे आती तो बंदा अवेयर करता है कि नहीं यार ऐसा हो गया है। So people are still not taking it like I don't know what to say in this, like they are not taking it like कि भाई हमें ये करना है, ये जरूरी है, बट जब अपने आप पे आती तब बंदा सोचता नहीं यार मुझे कर लेना चाहिए था। जी बिल्कुल बिल्कुल। ਇੱਥੇ ਪਰਮੀਤ ਜੀ, ਤੁਸੀਂ ਕੀ ਕਹਿਣਾ ਚਾਹੋਗੇ ਕਿ ਲੋਕਾਂ ਨੂੰ ਹੁਣ ਖੁਦ ਆਤਮ ਨਿਰਭਰ ਹੋਣਾ ਪਏਗਾ? ਹੋਰ ਵੀ ਉਹਦੇ ਵਿੱਚ ਮੇਰਾ ਵੀ ਗਵਰਨਮੈਂਟਾਂ ਜਿਹੜੀਆਂ ਕੋਈ ਵੀ ਹੈਗੀਆਂ, ਇਹਨਾਂ ਦਾ ਨਾਲ ਦੇ ਨਾਲ ਕੰਮ ਬਣਦਾ ਵੀ ਨਾਲ ਦੇ ਨਾਲ ਅਵੇਅਰਨੈਸ ਜਾਂ ਕੋਈ ਸੈਮੀਨਾਰਸ ਹੋ ਗਏ ਜਾਂ ਨਾਲ ਦੇ ਨਾਲ ਇਦਾਂ ਦੀ ਕੈਂਪੇਨ ਚਲਾਉਣੀ ਚਾਹੀਦੀ ਆ ਜਿਹੜੇ ਲੋਕਾਂ ਨੂੰ ਨਾਲ ਦੇ ਨਾਲ ਰਿਮਾਈਂਡ ਕਰਵਾਉਣ। ਜਿਹੜੇ ਆਪਾਂ ਦੇਖਦੇ ਹਾਂ ਵੀ ਐਸ ਪਰ ਸਟੈਟਸ ਜਿਹੜੀ ਆਲਮੋਸਟ 20% ਆਫ ਦਾ ਕਮਿਊਨਿਟੀ ਆ ਜਿਹੜੀ ਉਹ ਨਿਊਜ਼ ਦੇ ਵੱਲ ਧਿਆਨ ਦਿੰਦੀ ਆ ਜਾਂ ਇਹਨਾਂ ਚੀਜ਼ਾਂ ਵੱਲ ਧਿਆਨ ਦਿੰਦੀ ਆ। ਅਦਰਵਾਈਜ਼ ਲੋਕ ਆਪਣੀ ਰੋਜ਼ਮਰਰਾ ਜ਼ਿੰਦਗੀ ਦੇ ਵਿੱਚ ਇੰਨੇ ਬਿਜ਼ੀ ਨੇ, ਉਹ ਕੋਈ ਨਿਊਜ਼ ਵੱਲ ਜਾਂ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ। ਸੋ ਉੱਥੇ ਡੈਫੀਨੇਟਲੀ ਜਿਹੜੇ ਸਾਡੇ ਐਮਪਲੋਇਰਸ ਨੇ ਜਾਂ ਜਿਹੜੇ ਕੋਈ ਵੀ ਕਿਤੇ ਬੰਦਾ ਕਮਿਊਟ ਕਰਦਾ, ਕੋਈ ਰੇਡੀਓ ਸਟੇਸ਼ਨ ਹੋ ਗਏ ਜਾਂ ਬੱਸਿਸ ਦੇ ਵਿੱਚ ਹੋ ਗਏ, ਇੱਦਾਂ ਦੀ ਕੈਂਪੇਨ ਕੰਟੀਨਿਊ ਚੱਲਣੀ ਚਾਹੀਦੀ ਆ। ਦੂਜੀ ਗੱਲ ਇੱਥੇ ਵੀ ਹੈਗੀ ਆ ਭਾਜੀ, ਗਵਰਨਮੈਂਟ ਨੂੰ ਵੀ ਜਿਹੜੇ ਚਾਹੇ ਕੋਈ ਬਿਜ਼ਨਸ ਓਨਰ ਨੇ, ਕਿਸੇ ਨੂੰ ਵੀ ਉਹਨਾਂ ਨੂੰ ਇੱਕ ਫਾਈਨੈਂਸ਼ੀਅਲੀ ਮਦਦ ਵੀ ਕਰਨੀ ਚਾਹੀਦੀ ਹੈ, ਫਾਈਨੈਂਸ਼ੀਅਲ ਸਪੋਰਟ ਕਰਨੀ ਚਾਹੀਦੀ ਹੈ, ਗ੍ਰਾਂਟਸ ਦੇਣੇ ਚਾਹੀਦੀਆਂ ਨੇ, ਤਾਂ ਕਿ ਉਹ ਜਿਹੜਾ ਆਪਣੇ ਵੱਲੋਂ ਜਿਹੜੇ PPE ਨੇ ਆਪਣੇ EMPLOYEES ਨੂੰ ਛੱਡ ਕੇ ਜਿਹੜੇ ਬਾਕੀ ਵੀ ਲੋਕ ਨੇ ਉਹਨਾਂ ਲਈ ਵੀ ਵੱਧ ਤੋਂ ਵੱਧ ਮਦਦ ਕਰ ਸਕਣ, ਤਾਂ ਕਿ ਉਹਨਾਂ ਨੂੰ ਆਪਣੀ ਜੇਬ ਦੇ ਵਿੱਚੋਂ ਪੈਸੇ ਖਰਚ ਕਰਦੇ ਆ ਉਹਨਾਂ ਨੂੰ ਹੈਜ਼ੀਟੇਸ਼ਨ ਨਾ ਹੋਵੇ ਕਿਸੇ ਤਰ੍ਹਾਂ ਦੀ। ਤੇ ਕਿਤੇ ਨਾ ਕਿਤੇ ਫਿਰ ਵੀ ਬੰਦਾ ਕਮੀ ਕਰਦਾ, ਤੇ ਜਿੱਥੋਂ ਇਹ ਚੀਜ਼ ਜਿਹੜੀ ਇਹ ਸ਼ੁਰੂ ਹੋ ਜਾਂਦੀ ਹੈ ਜੀ, ਉੱਥੇ ਸਰਕਾਰਾਂ ਦੇ ਫਰਜ਼ ਮੈਂ ਡੈਫੀਨਿਟਲੀ ਸਮਝਦਾ ਵੀ ਬਣਦਾ ਵੀ ਫਾਈਨੈਂਸ਼ੀਅਲੀ ਜਿਹੜੀ ਹੈਗੀ ਆ ਗ੍ਰਾਂਟ ਕਿਸੇ ਵੀ ਤਰ੍ਹਾਂ ਦੀ ਜਿਹੜੇ ਸਮਾਲ ਬਿਜ਼ਨਸ ਨੇ, ਕਿਸੇ ਵੀ ਤਰ੍ਹਾਂ ਦੇ ਜਿਹੜੇ ਬਿਜ਼ਨਸਿਸ ਨੇ ਉਹਨਾਂ ਨੂੰ ਦੇਣੀ ਚਾਹੀਦੀ ਆ, ਤਾਂ ਕਿ ਉਹ ਇਸ ਚੀਜ਼ ਦੇ ਵਿੱਚ ਇੱਕ ਕੌਨਫੀਡੈਂਟਲੀ ਆਪਣਾ ਰੋਲ ਪਲੇ ਕਰ ਸਕਣ ਜੀ। ਇੱਥੇ ਪਰਮੀਤ ਜੀ, ਹੁਣ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਤੁਹਾਨੂੰ ਲੱਗਦਾ ਹੈ ਕਿ ਵੱਡੀ ਗਿਣਤੀ ਵਿੱਚ ਕੰਪਨੀਆਂ ਹਾਲਾਂ ਇਹ ਸਮਝ ਹੀ ਨਹੀਂ ਪਾ ਰਹੀਆਂ ਕਿ ਨਿਊ ਨਾਰਮਲ ਲਾਈਫ ਵਿੱਚ ਆਖਰ ਕੰਮ ਕਿਸ ਤਰ੍ਹਾਂ ਨਾਲ ਕਰਨਾ, ਕਿਉਂਕਿ ਜਿਸ ਤਰ੍ਹਾਂ ਕੋਰੋਨਾ ਤੋਂ ਪਹਿਲਾਂ ਲੋਕ ਕੰਮ ਕਰਦੇ ਸਨ ਉਸ ਤਰ੍ਹਾਂ ਦਾ ਕੰਮ ਕਰਨਾ ਹਾਲ ਦੀ ਘੜੀ ਸੰਭਵ ਨਹੀਂ। ਇਹ ਸਵਾਲ ਮੇਰਾ ਪਰਮੀਤ ਜੀ ਤੋਂ ਹੈ। ਹਾਂਜੀ ਡੈਫੀਨਿਟਲੀ ਭਾਜੀ, ਜਿਹੜਾ ਟੋਟਲੀ ਜਿਹੜਾ ਸਾਰਾ ਸਿਸਟਮ ਕਰੋਨਾ ਨਾਲ ਚੇਂਜ ਹੋ ਗਿਆ ਜੀ। ਟੋਟਲੀ ਜਿਹੜਾ ਵਰਕਿੰਗ ਸਟਾਈਲ ਆ, ਜਿਹੜਾ ਆਫਿਸਿਸ ਆ, ਜੋ ਵੀ ਹੈਗਾ ਸਟਾਈਲ, ਉਹ ਟੋਟਲੀ ਕਰੋਨਾ ਤੇ ਆਉਣ ਤੋਂ ਬਾਅਦ ਇੱਕਦਮ ਓਵਰਨਾਈਟ ਆਪਾਂ ਕਹਿ ਲਈਏ ਵੀ ਚੇਂਜ ਆਈ ਹੈ ਜਿਹੜੀ ਸਾਡੇ ਸਾਰੇ ਸਿਸਟਮ ਦੇ ਵਿੱਚ। ਤੇ ਹੁਣ ਜਿਹੜਾ ਹੈਗਾ ਮੋਸਟਲੀ ਲੋਕੀ ਜਿਹੜੇ ਕਰਦੇ ਆ, ਕੰਪਨੀਜ਼ ਵੀ ਕਹਿੰਦੀਆਂ ਨੇ ਤੁਸੀਂ ਵਰਕ ਫਰੋਮ ਹੋਮ ਕਰੋ, ਜਿਹੜਾ ਕਿ ਹਾਲਾ ਸ਼ਾਇਦ ਕੰਪਨੀ ਦੇ ਕਿਤੇ ਸੋਚਦੀਆਂ ਹੁਣ ਲੇਟਰ ਆਨ ਜਾ ਕੇ ਉਹਨਾਂ ਨੇ ਇੰਪਲੀਮੈਂਟ ਕਰਨਾ ਹੋਵੇ ਵੀ ਕਾਸਟ ਕੱਟ ਕਰਨ ਵਾਸਤੇ। ਪਰ ਇਹ ਜਿਹੜੀ ਸਾਰਾ ਜਿਹੜਾ ਹੈਗਾ ਆਪਣਾ ਲਾਈਫ ਸਟਾਈਲ ਵੀ ਸਾਰਾ ਆਪਣਾ ਓਵਰਨਾਈਟ ਚੇਂਜ ਹੋ ਗਿਆ ਜੀ ਇਸ ਕਰੋਨਾ ਦੇ ਕਰਕੇ, ਪੈਂਡੇਮਿਕ ਕਰਕੇ। ਹਾਂਜੀ
ਜੀ ਇੱਥੇ ਤੁਸੀਂ ਕੀ ਆਪਣੇ ਕਮੈਂਟ ਦੇਣਾ ਚਾਹੋਗੇ ਭਰਤ ਰਾਣਾ ਜੀ ਇਸ ਸਵਾਲ ਤੇ? लाइक जिंदगी मतलब जो पहले था, जैसे लोग मिलते थे, फैमिलीज गेट टुगेदर, ये सब चीजें हो रही थी, लाइक एज अ बिजनेस वी डू cater एंड ऑल दिस थिंग्स, सब कुछ ऐसे लाइक इट्स ऑल फ्लोन अवे, जैसे होता है ना कि एक भाव आता है एंड एवरीथिंग इज गॉन विद दैट। तो जी बिल्कुल। या तो उसमें भी है कि ये आई थिंक वी हैव टू लिव विद दिस फॉर अ व्हाइल अंटिल लाइक ये सब चीज सही नहीं हो जाता है, कुछ आता नहीं दवाई, एनी मेडिसिन, एनीथिंग फॉर वैक्सीन, एनीथिंग। जी So I think we have to be with this for a while. ਪਰ ਰਾਣਾ ਸਾਹਿਬ ਤੁਸੀਂ ਇਹ ਮੰਨੋਗੇ ਕਿਉਂਕਿ ਕੁਝ ਜਿਹੜਾ ਹੁਣ ਅਨਲੌਕ ਦੀ ਪ੍ਰਕਿਰਿਆ ਜਿਹੜੀ ਸ਼ੁਰੂ ਹੋਈ ਹੈ, ਸਰਕਾਰਾਂ ਨੇ ਹੌਲੀ ਹੌਲੀ ਹੁਣ ਮਾਲਸ ਖੋਲਣੇ ਸ਼ੁਰੂ ਕਰ ਦਿੱਤੇ ਜਾਂ ਫਿਰ ਹੋਰ ਗ੍ਰੋਸਰੀ ਸਟੋਰਸ ਖੋਲਣੇ ਸ਼ੁਰੂ ਕਰ ਦਿੱਤੇ ਹੈ ਜਾਂ ਫਿਰ ਫੈਕਟਰੀਜ਼ ਨੂੰ ਖੋਲਣਾ ਸ਼ੁਰੂ ਕਰ ਦਿੱਤਾ ਹੈ, ਪਰ ਉੱਥੇ ਕੰਮ ਕਰਨ ਦਾ ਸਟਾਈਲ ਕੰਪਨੀਆਂ ਨੂੰ ਹੁਣ ਬਦਲਣਾ ਪਏਗਾ। ਕੰਪਨੀਆਂ ਨੂੰ ਇਹ ਸਮਝਣਾ ਪਏਗਾ ਕਿ ਜਿਹੜਾ ਅੱਜ ਦੇ ਸਰਕਮਸਟੈਂਸਿਸ ਹੈਗੇ ਨੇ ਉਸ ਵਿੱਚ ਅਸੀਂ ਕੰਮ ਕਿਸ ਤਰ੍ਹਾਂ ਲੈਣਾ ਹੈ, ਕਿਉਂਕਿ ਕੰਪਨੀਆਂ ਦੇ ਮਾਲਕ ਇਹੀ ਸੋਚ ਰਹੇ ਨੇ ਕਿ ਉਹਨਾਂ ਦੇ ਪਹਿਲਾਂ ਜਿਹੜੇ ਮੁਲਾਜ਼ਮ ਕੰਮ ਕਰਦੇ ਸੀ, EMPLOYEES ਕੰਮ ਕਰਦੇ ਸੀ, ਅੱਜ ਵੀ ਉਸੇ ਹਿਸਾਬ ਨਾਲ ਕੰਮ ਕਰਨ, ਪਰ ਅੱਜ ਦੀ ਜਿਹੜੀ ਸਥਿਤੀ ਹੈ ਉਹ ਚੇਂਜ ਹੋ ਚੁੱਕੀ ਹੈ, ਉਹ ਬਦਲ ਚੁੱਕੀ ਹੈ। जी वही है, as I said, like बड़ी कंपनी हो चाहे छोटी कंपनी हो, we have to work for the community. We are working as a business, like we're working for the community. I'll give my example actually, because we have a restaurant in Chestermere too, right? We have like recommend all the customers, like, okay, wanna pick it up or do wanna curbside pick up? They comes out, they paid online. We go out with the bag, we put in the trunk. No like contact at all. So we are like कोशिश कर रहे हैं कि भाई ऐसा जिस तरह से जिंदगी चल रही, आई थिंक उस पे ही हमें जीना पड़ेगा, क्योंकि काम तो करना ही पड़ेगा सभी को जी मेक अ लिविंग। बट वही है कि अगर चीज ऐसी है तो जो पहले वाला फ्लो था वो नहीं हो सकता है अभी, क्योंकि वो जो पहले का काम था दैट वाज अ बिट डिफरेंट। सारे लोग हाँ चलो भाई ठीक है, ये है, ऐसा कर लिया वैसा कर लिया। अभी हम बाहर जाते तो हाँ जी दूर से ही पहले लाइक वी कैन नॉट गो क्लोजर टू एनीवन जी, और हमारे हाथ में जिम्मेदारी है कम्युनिटी की, हम लोगों के लिए कुक करते हैं, खाना सर्व करते हैं। सो वी हैव द रिस्पांसिबिलिटी फॉर दैट। बिल्कुल बिल्कुल जी ਬਿਲਕੁਲ। ਔਰ ਇਹ ਪਰਮੀਤ ਜੀ ਇੱਥੇ ਇਹ ਵੀ ਸਵਾਲ ਇੱਕ ਬੜਾ ਵੱਡਾ ਪੈਦਾ ਹੁੰਦਾ ਹੈ, ਕਿਉਂਕਿ ਲੋਕਾਂ ਦੀ ਜਾਨ ਦਾ ਜ਼ਿੰਮੇਵਾਰ ਕੌਣ ਹੈ? ਅਸੀਂ ਬਾਰ-ਬਾਰ ਇਹੀ ਸਵਾਲ ਕਰਨ ਦੀ ਮੈਂ ਕੋਸ਼ਿਸ਼ ਕਰ ਰਿਹਾ ਹਾਂ, ਤੁਹਾਡੇ ਤੋਂ ਜਾਣਨ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਕਿਤੇ ਨਾ ਕਿਤੇ ਜਿਹੜੀਆਂ ਕੰਪਨੀਆਂ ਨੇ ਉਹ ਕੰਮ ਲੈਣਾ ਚਾਹੁੰਦੀਆਂ ਆਪਣੇ EMPLOYEES ਤੋਂ, ਪਰ ਕੰਮ ਦਾ ਬੋਝ ਜਿਹੜਾ ਹੈ ਵੱਧਦਾ ਵਿਖਾਈ ਦੇ ਰਿਹਾ ਔਰ ਲੋਕਾਂ ਨੂੰ ਜ਼ਿਆਦਾ ਦੇਰ ਆਪਣੇ ਕੰਮਾਂ ਕਾਰਾਂ ਵਿੱਚ ਆਪਣਾ ਟਾਈਮ ਬਿਤਾਉਣਾ ਪੈਂਦਾ। ਪਰ ਜਦੋਂ ਪਹਿਲਾਂ ਦੀ ਸਥਿਤੀ ਸੀ ਔਰ ਅੱਜ ਦੀ ਸਥਿਤੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਲੋਕ ਇੱਕ ਦੂਜੇ ਨਾਲ ਸੋਸ਼ਲ ਡਿਸਟੈਂਸਿੰਗ ਕਰਕੇ ਰੱਖਣੀ ਬਹੁਤ ਜ਼ਰੂਰੀ ਹੈ, ਪਰ ਜਦੋਂ ਅਸੀਂ ਦਫ਼ਤਰਾਂ ਵਿੱਚ ਜਾਂਦੇ ਹਾਂ ਉਹਨਾਂ ਨੂੰ ਲੱਗਦਾ ਯਾਰ ਕਿ ਇੱਥੇ ਜਿਹੜੀ ਹੈਗੀ ਹੈ ਸਾਨੂੰ ਮਿਲ ਕੇ ਕੰਮ ਕਰਨਾ ਪਏਗਾ। ਸੋਸ਼ਲ ਡਿਸਟੈਂਸਿੰਗ ਦੀਆਂ ਉਸ ਸਮੇਂ ਉੱਥੇ ਧੱਜੀਆਂ ਉੱਡਦੀਆਂ ਵਿਖਾਈ ਦਿੰਦੀਆਂ ਨੇ। ਅਜਿਹੇ ਵਿੱਚ ਦਫ਼ਤਰਾਂ ਦੇ ਸੀਨੀਅਰ ਅਧਿਕਾਰੀ ਆਪਣੇ ਆਪ ਨੂੰ ਬੇਬਸ ਦੱਸਦੇ ਨੇ ਕਿ ਅਸੀਂ ਕੀ ਕਰ ਸਕਦੇ ਹਾਂ, ਸਾਨੂੰ ਤਾਂ ਅਸੀਂ ਕੰਮ ਲੈਣਾ ਹੈ। ਪਰ ਜਦੋਂ ਮੁਲਾਜ਼ਮ ਇੱਕ ਦੂਜੇ ਨਾਲ ਮਿਲਵਰਤਣਾ ਸ਼ੁਰੂ ਕਰ ਦਿੰਦੇ ਨੇ, ਸੋਸ਼ਲ ਡਿਸਟੈਂਸਿੰਗ ਖਤਮ ਹੋ ਜਾਂਦੀ ਹੈ, ਮਾਸਕ ਜਿਹੜੇ ਨੇ ਉਹ ਲੋਕਾਂ ਨੂੰ ਸਮਝ ਹੀ ਨਹੀਂ ਆਉਂਦਾ ਕਿ ਅਸੀਂ ਕਿੰਨੀ ਦੇਰ ਲਗਾਣੇ ਨੇ। ਸਵੇਰ ਤੋਂ ਲੈ ਕੇ ਰਾਤ ਤੱਕ ਕੋਈ ਵੀ ਮਾਸਕ ਲਗਾਉਣ ਲਈ ਤਿਆਰ ਨਹੀਂ ਹੁੰਦਾ। ਇੱਥੇ ਫਿਰ ਸੀਨੀਅਰ ਅਧਿਕਾਰੀ ਵੀ ਆਪਣੇ ਆਪ ਨੂੰ ਬੇਬਸ ਦੱਸਦੇ ਨੇ। ਕੀ ਕਹਿਣਾ ਚਾਹੋਗੇ? ਡੈਫੀਨਿਟਲੀ ਭਾਜੀ ਇਹ ਬੜਾ ਵੱਡਾ ਇੱਕ ਚੈਲੰਜ ਬਣਿਆ ਹੋਇਆ ਆਪਣੇ ਸਾਰਿਆਂ ਦੇ ਵਾਸਤੇ। ਜਿਵੇਂ ਹੁਣ ਆਪਾਂ ਦੇਖਦੇ ਹਾਂ, ਜਿਵੇਂ ਕਿਤੇ ਵੀ ਆਪਾਂ ਤੁਸੀਂ ਮਾਲਸ ਦੀ ਗੱਲ ਕਰਦੇ, ਆਪਾਂ ਮਾਲਸ ਦੇ ਵਿੱਚ ਜਾਂਦੇ ਹਾਂ, ਜਿੱਥੇ ਇੱਕਦਮ ਇੰਨੀ ਦੇਰ ਬੰਦ ਤੋਂ ਰਹਿਣ ਤੋਂ ਬਾਅਦ ਇੱਕਦਮ ਲੋਕੀ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਉੱਥੇ ਗਏ ਨੇ। ਉੱਥੇ ਉਹਨਾਂ ਨੇ ਜਿਹੜੇ ਮਾਲਸ ਜਿਹੜੇ ਸਟੋਰ ਓਨਰਸ ਨੇ ਉਹਨਾਂ ਵੀ ਆਪਣੇ EMPLOYEES ਤੋਂ ਚਾਹੁੰਦੇ ਉਸੇ ਤਰ੍ਹਾਂ ਕੰਮ ਲੈਣਾ, ਪਰ ਡੈਟਸ ਨਾਟ ਪੋਸੀਬਲ ਐਟ ਆਲ ਭਾਜੀ, ਕਿਉਂਕਿ ਹੁਣ ਆਪਾਂ ਨੂੰ ਜਿਹੜਾ 6 ਫੁੱਟ ਦਾ ਡਿਸਟੈਂਸ ਰੱਖਣਾ, ਮਾਸਕ ਪਾਉਣੇ, ਉੱਥੇ ਗਲਵ ਪਾ ਕੇ ਤੁਸੀਂ ਆਪਦੇ ਜੇ ਲੈਟਸ ਸੇ ਕੱਪੜੇ ਦੇ ਸਟੋਰ ਦੇ ਵਿੱਚ ਜਾਂਦੇ ਹੋ, ਤੁਸੀਂ ਕੱਪੜੇ ਦੀ ਕੁਆਲਿਟੀ ਤੁਸੀਂ ਚੈੱਕ ਨਹੀਂ ਕਰ ਸਕਦੇ। ਫਿਰ ਉਹੀ ਕੱਪੜਾ ਕਿਸੇ ਹੋਰ ਨੇ ਵੀ ਪਾਉਣਾ ਜੀ, ਉਹੀ ਕੱਪੜਾ ਕਿਸੇ ਨੇ ਟਰਾਈ ਵੀ ਕਰਨਾ ਹੈ ਜੀ, ਜਿਹੜਾ ਕਿਸੇ ਮਤਲਬ ਹੁਣ ਆਪਾਂ ਨੂੰ ਇਹ ਨਹੀਂ ਪਤਾ ਕਿਸੇ ਨੂੰ ਵੀ ਉਹ ਬੰਦਾ ਜਿਹੜਾ ਕਿਸੇ ਨੂੰ ਕੋਈ ਕੈਰੀਅਰ ਹੋਵੇ ਜਿਹਨੂੰ ਸਿੰਪਟਮਸ ਨਾ ਹੋਣ, ਤੇ ਬੜਾ ਵੱਡਾ ਚੈਲੰਜ ਬਣਿਆ ਹੋਇਆ ਜੀ। ਪਰ ਇਹਦੇ ਵਿੱਚ ਇਹ ਡੈਫੀਨਿਟਲੀ ਸਾਡਾ ਵੀ ਫਰਜ਼ ਬਣਦਾ, ਉੱਥੇ ਆਪਣਾ EMPLOYEES ਦਾ ਵੀ ਫਰਜ਼ ਬਣਦਾ ਵੀ ਉਹਨਾਂ ਨੂੰ ਪ੍ਰੋਪਰਲੀ, ਇੱਕ ਸਾਡੇ ਸਾਰਿਆਂ ਲਈ ਬੜਾ ਔਖੀ ਘੜੀ ਆ, ਇਹਦੇ ਵਿੱਚ ਆਪਾਂ ਸਾਰਿਆਂ ਨੇ ਰਲ ਮਿਲ ਕੇ ਆਪਾਂ ਨਿਕਲਣਾ ਇਹਦੇ ਵਿੱਚੋਂ। ਵੀ ਇਹ ਸਿਰਫ ਕਿਸੇ ਤੇ ਕੋਈ ਪ੍ਰੈਸ਼ਰ ਨਹੀਂ ਹੋਣਾ ਚਾਹੀਦਾ, ਕਿਸੇ ਵੀ ਤਰ੍ਹਾਂ ਦਾ ਵੀ ਪ੍ਰੋਡਕਸ਼ਨ ਦਾ, ਕਿਸੇ ਵੀ ਤਰ੍ਹਾਂ ਦਾ ਜੀ ਜਿਹੜੇ ਆਮ ਜਿੱਥੇ ਮਤਲਬ ਕੋਈ ਪ੍ਰੋਡਕਸ਼ਨ ਵਾਲਾ ਕੰਮ ਨਹੀਂ ਗਿਆ ਜੀ, ਤੇ ਇੱਥੇ ਉਹ ਵੀ ਡੈਫੀਨਿਟਲੀ ਚਾਹੀਦਾ ਆਪਾਂ ਨੂੰ ਵੀ ਉਹਨਾਂ ਨੂੰ ਸਟਾਫ ਵੀ ਥੋੜ੍ਹਾ, ਚਾਹੇ ਆਪਾਂ ਔਖੀ ਘੜੀ ਦੇ ਵਿੱਚ ਲੰਘ ਰਹੇ ਹਾਂ ਜੀ, ਡੈਫੀਨਿਟਲੀ ਚਾਹੇ ਬਿਜ਼ਨਸ ਥੋੜ੍ਹੀ ਦੇਰ ਲਈ ਸਲੋ ਵੀ ਨੇ, ਪਰ ਉੱਥੇ ਸਟਾਫ ਵੀ ਉਹਨਾਂ ਨੂੰ ਵੱਧ ਰੱਖਣਾ ਚਾਹੀਦਾ ਭਾਜੀ, ਜਿੱਥੇ ਤਾਂ ਕਿ ਜਿਹੜੇ EMPLOYEES ਨੇ ਕਿਸੇ ਵੀ ਤਰ੍ਹਾਂ ਦੇ ਕੋਈ ਐਕਸਟਰਾ ਬੋਝ ਨਾ ਹੋਵੇ ਜੀ, ਤੇ ਆਪਾਂ ਆਪਣੇ ਆਪ ਨੂੰ ਤੇ ਆਪਣੀ ਸਾਰੀ ਕਮਿਊਨਿਟੀ ਸੇਫ ਵੀ ਕਰ ਸਕੀਏ ਜੀ।
ਠੀਕ ਹੈ ਰਾਣਾ ਸਾਹਿਬ ਇੱਥੇ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿਉਂਕਿ ਜਿਹੜੀਆਂ ਛੋਟੀਆਂ ਕੰਪਨੀਆਂ ਹੁੰਦੀਆਂ ਜਿਹਦੇ ਵਿੱਚ 10-15 EMPLOYEES ਕੰਮ ਕਰਦੇ ਨੇ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ ਵਿੱਚ ਤਾਂ ਸੋਸ਼ਲ ਡਿਸਟੈਂਸਿੰਗ ਰੱਖਣੀ ਕਿਤੇ ਨਾ ਕਿਤੇ ਮੁਮਕਿਨ ਹੋ ਜਾਂਦੀ ਹੈ ਪਰ ਜਦੋਂ ਅਸੀਂ ਫੋਸਟਰ ਫਾਰਮ ਵਰਗੀਆਂ ਵੱਡੀਆਂ ਕੰਪਨੀਆਂ ਦੀ ਗੱਲ ਕਰਦੇ ਹਾਂ ਜਿੱਥੇ ਕਿ 3000 ਤੋਂ ਵੱਧ EMPLOYEES ਕੰਮ ਕਰਦੇ ਨੇ ਮੁਲਾਜ਼ਮ ਕੰਮ ਕਰਦੇ ਨੇ ਇੱਥੇ ਤੁਹਾਨੂੰ ਲੱਗਦਾ ਹੈ ਕਿ ਸੋਸ਼ਲ ਡਿਸਟੈਂਸਿੰਗ ਨੂੰ ਕਾਇਮ ਰੱਖ ਪਾਣਾ ਸੌਖਾ ਹੈ मुश्किल है because body company it depends on the space to what how much is big how big the space is actually जी and क्योंकि जब इतने लोग 3000 people अगर इतने employees हैं and if they have enough space or not छोड़ना तो उनको I think it's a bit मुश्किल बहुत tough है and they are trying to cut down the employees and giving like 2-3 बंदे का जो काम है वो एक को करना पड़ता है and then it's getting tougher so they can't maintain it at all even though we're trying to hard to maintain but we're like we're trying to push everyone okay you don't touch your face you don't when you're working don't touch your face don't put your hands to your mouth or ਜੀ ਅਗਰ ਤੁਹਾਡੇ ਹੀ ਰੈਸਟੋਰੈਂਟਸ ਦੀ ਗੱਲ ਕਰੀਏ ਤਾਂ ਤੁਸੀਂ ਆਪਣੇ ਰੈਸਟੋਰੈਂਟਸ ਵਿੱਚ ਕਿਸ ਤਰ੍ਹਾਂ ਸੋਸ਼ਲ ਡਿਸਟੈਂਸਿੰਗ ਮੇਨਟੇਨ ਕੀਤਾ ਹੋਇਆ ਔਰ ਕਿਹੜੇ-ਕਿਹੜੇ ਪ੍ਰੀਕਾਸ਼ਨਸ ਲੈ ਕੇ ਤੁਸੀਂ ਚੱਲਦੇ ਹੋ but we have sanitizer station in kitchen in washroom in the front hand sinks and like jab bhi koi customer whenever somebody comes in we ask them please use sanitizer because and we have a big banner at the front door because please use mask like if even you're coming in to eat बट लोगों को ये कि हाँ अगर पिक जैसे खाना है पिकअप है तो फिर खाना गया काउंटर पे रखा हम हाथ रख देते काउंटर पे we try to okay make sure we clean that all the time we keep the sanitizer bottle ready all the time clean the racks all the time कि कोई चीज ऐसा ना हो कि अगर नेक्स्ट पर्सन आए he put the hand like that क्योंकि काउंटर पे हम जाते हैं हाथ रखते हैं right so we're trying to do everything as per the AHS standard 6 feet distance and telling all the staff to put your gloves on to mask on do not handshake with anybody because it's aapko pata hi hai it's not easy to do that with safety and last thing is for the community we have to make sure like everything goes as per this AHS standard to keep everyone safe ਠੀਕ ਹੈ ਪਰਮੀਤ ਜੀ ਇੱਥੇ ਇੱਕ ਹੋਰ ਵੀ ਵੱਡਾ ਸਵਾਲ ਬੜਾ ਪੈਦਾ ਹੁੰਦਾ ਹੈ ਕਿਉਂਕਿ ਜਦੋਂ ਅਸੀਂ ਵੱਖ-ਵੱਖ ਮਾਲਸ ਵਿੱਚ ਜਾਂਦੇ ਹਾਂ ਮੈਂ ਖੁਦ ਦੇਖਿਆ ਅਮਰੀਕਾ ਦੇ ਕਈ ਮਾਲਸ ਵਿੱਚ ਮੈਂ ਦੇਖਿਆ ਕਿ ਲੋਕ ਜਿਹੜੇ ਨੇ ਮਾਲਸ ਵਿੱਚ ਘੁੰਮਣ ਫਿਰਨ ਆਉਂਦੇ ਨੇ ਪਰ ਉਦੋਂ ਭੁੱਲ ਜਾਂਦੇ ਨੇ ਕਿ ਕਰੋਨਾ ਸਾਡੇ ਆਸ-ਪਾਸ ਕਿਸੇ ਵੀ ਸ਼ਖਸ ਤੋਂ ਸਾਨੂੰ ਹੋ ਸਕਦਾ ਹੈ ਲਾਕਡਾਊਨ ਇਸੇ ਕਰਕੇ ਕੀਤਾ ਗਿਆ ਸੀ ਤਾਂ ਜੋ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਬਿਮਾਰ ਹੋਣ ਤੋਂ ਬਚਾਇਆ ਜਾ ਸਕੇ ਪਰ ਹੁਣ ਜਦੋਂ ਲਾਕਡਾਊਨ ਨੂੰ ਅਨਲੌਕ ਕੀਤਾ ਜਾ ਰਿਹਾ ਤਾਂ ਲੋਕ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਤਰੀਕੇ ਨਾਲ ਨਹੀਂ ਸਮਝ ਪਾ ਰਹੇ ਮੈਨੂੰ ਤਾਂ ਸਾਫ਼ ਇਹ ਕਿਹਾ ਜਾ ਸਕਦਾ ਹੈ ਕਿ ਲੋਕਾਂ ਦੀ ਜਾਨ ਦਾ ਜ਼ਿੰਮੇਵਾਰ ਕੌਣ ਹੈ ਤਾਂ ਲੋਕ ਖੁਦ ਹੀ ਨੇ ਕਿਉਂਕਿ ਜੋ ਸੁਝਾਅ ਸਰਕਾਰਾਂ ਵੱਲੋਂ ਦਿੱਤੇ ਜਾ ਰਹੇ ਨੇ ਜਾਂ ਫਿਰ ਉਸ ਮਾਲ ਦੇ ਅੰਦਰ ਹੋਣੇ ਚਾਹੀਦੇ ਨੇ ਜੋ ਸੁਝਾਅ ਵੀ ਦਿੱਤੇ ਜਾ ਰਹੇ ਨੇ ਅੰਦਰ ਆ ਕੇ ਆਮ ਲੋਕ ਜਿਹੜੇ ਨੇ ਉਹਨਾਂ ਸੁਝਾਵਾਂ ਨੂੰ ਨਜ਼ਰਅੰਦਾਜ਼ ਸਾਰੇ ਆਮ ਕਰਦੇ ਵਿਖਾਈ ਦੇ ਰਹੇ ਨੇ ਇੱਥੇ ਕੀ ਕਹੋਗੇ ਪਰਮੀਤ ਜੀ ਨਹੀਂ ਡੈਫੀਨਿਟਲੀ ਭਾਜੀ ਅਸੀਂ ਆਪ ਜ਼ਿੰਮੇਵਾਰ ਹਾਂ ਮੈਂ ਵੀ ਗਿਆ ਸੀ ਮਾਲ ਦੇ ਵਿੱਚ ਉਹਨਾਂ ਨੇ ਆਪਦੇ ਵੱਲੋਂ ਜੋ ਵੀ ਪ੍ਰੀਕਾਸ਼ਨਸ ਹੈਗੀਆਂ ਉਹਨਾਂ ਨੇ ਸੈਨੀਟਾਈਜ਼ਰ ਸਟੇਸ਼ਨਸ ਲਾਏ ਹੋਏ ਨੇ ਮਾਸਕ ਵੀ ਦੇ ਰਹੇ ਨੇ ਗਲਵ ਵੀ ਲੋਕਾਂ ਨੂੰ ਕਿਤੋਂ ਕਿਤੋਂ ਮਿਲ ਰਹੇ ਨੇ ਜੀ ਪਰ ਉੱਥੇ ਇਹ ਵੀ ਨੋਟਿਸ ਕੀਤਾ ਵੀ ਲੋਕ ਉਸ ਚੀਜ਼ ਨੂੰ ਇਗਨੋਰ ਵੀ ਕਰ ਰਹੇ ਨੇ ਜੀ ਇੱਕ ਕੌਨਫੀਡੈਂਟ ਯਾਦ ਹੋ ਗਿਆ ਥੋੜਾ ਜਿਹਾ ਓਵਰ ਕੌਨਫੀਡੈਂਟ ਵੀ ਹੋ ਗਏ ਜੀ ਆਪਾਂ ਵੀ ਕੁਝ ਨਹੀਂ ਹੁੰਦਾ ਜਾਂ ਹੁਣ ਅਸੀਂ ਸਾਰਿਆਂ ਦੇ ਨਾਲ ਹੀ ਆ ਜੇ ਟਾਈਮ ਲੰਘ ਗਿਆ ਜਾਂ ਦੇ ਸਟੈਂਡਰਡ ਸੋ ਇੱਦਾਂ ਦੀਆਂ ਡੈਫੀਨਿਟਲੀ ਉਹਦੇ ਵਿੱਚ ਅਸੀਂ ਆਪ ਜ਼ਿੰਮੇਵਾਰ ਆ ਸਾਨੂੰ ਆਪ ਦੀ ਜ਼ਿੰਮੇਵਾਰੀ ਨਿਭਾ ਕੇ ਆਪਦੇ ਪਰਿਵਾਰ ਦੀ ਆਪਦੀ ਫੈਮਿਲੀ ਦੀ ਸਾਰਿਆਂ ਨੂੰ ਸਾਡੀ ਡੈਫੀਨਿਟਲੀ ਜ਼ਿੰਮੇਵਾਰੀ ਹੈਗੀ ਹੈ ਜੀ ਸਾਨੂੰ ਇਹ 'ਤੇ ਜ਼ਿਆਦਾ ਪ੍ਰੀਕਾਸ਼ਨਸ ਆਪਣੇ ਆਪ ਨੂੰ ਲੈਣੀਆਂ ਪੈਣੀਆਂ ਨੇ ਜੀ ਰੈਦਰ ਦੈਨ ਸਾਨੂੰ ਕੋਈ ਫੋਰਸ ਨਹੀਂ ਕਰ ਸਕਦੇ ਇਹਨਾਂ ਮੁਲਕਾਂ ਦੇ ਵਿੱਚ ਵੀ ਤੁਸੀਂ ਇੱਦਾਂ ਕਰੋ ਅਤੇ ਨਾ ਹੀ ਉਹ ਕਰਦੇ ਨੇ ਉਹ ਆਪਣੇ ਵੱਲੋਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨੇ ਅਤੇ ਅਸੀਂ ਉਹਨਾਂ ਨੂੰ ਫੋਲੋ ਵੀ ਕਰਦੇ ਠੀਕ ਹੈ ਭਰਤ ਰਾਣਾ ਜੀ ਇੱਥੇ ਇੱਕ ਮੈਂ ਕਿਉਂਕਿ ਤੁਸੀਂ ਖੁਦ ਇੱਕ ਮਾਲਕ ਹੈਗੇ ਹੋ ਤਾਂ ਇੱਕ ਐਜ਼ ਅ ਓਨਰ ਤੁਹਾਡੇ ਤੋਂ ਮੈਂ ਇੱਕ ਸਵਾਲ ਜ਼ਰੂਰ ਕਰਨਾ ਚਾਹਾਂਗਾ ਕਿਉਂਕਿ ਅਹਿਮ ਸਵਾਲ ਮੁਲਾਜ਼ਮਾਂ ਦੇ ਉੱਤੇ ਵੀ ਬਹੁਤ ਵੱਡਾ ਹੈਗਾ ਕਿ ਸਵਾਲ ਇਹ ਪੈਦਾ ਹੁੰਦਾ ਹੈ ਕਿ ਮੁਲਾਜ਼ਮਾਂ ਨੂੰ ਜਦੋਂ ਕੰਮ ਕਰਦਿਆਂ ਸਮੇਂ ਆਪਣੇ ਹਰ ਪਾਸੇ ਕੋਰੋਨਾ ਦਾ ਖਤਰਾ ਮਹਿਸੂਸ ਹੋਏਗਾ ਤਾਂ ਕੀ ਉਹਨਾਂ ਤੋਂ ਕੰਮ ਲਿਆ ਜਾ ਸਕੇਗਾ ਜਿਵੇਂ ਉਹ ਪਹਿਲਾਂ ਵਾਂਗ ਕੰਮ ਕਰਦੇ ਸਨ ਦੂਸਰੀ ਗੱਲ ਕੰਪਨੀ ਨੇ ਪੈਸੇ ਤਾਂ ਹੀ ਦੇਣੇ ਨੇ ਜੇ ਇੱਕ ਮੁਲਾਜ਼ਮ ਚੰਗਾ ਕੰਮ ਕਰੇਗਾ ਉਹਨਾਂ ਨੂੰ ਇਨਸੈਂਟਿਵਸ ਤਾਂ ਹੀ ਮਿਲਣਗੇ ਅਜੇ ਵਿੱਚ ਮੁਲਾਜ਼ਮਾਂ ਤੋਂ ਕੰਮ ਲਿਆ ਜਾਏ ਤਾਂ ਕਿਸ ਤਰ੍ਹਾਂ ਕੰਮ ਲਿਆ ਜਾਏ ਉਹਨਾਂ ਦਾ ਮਨੋਬਲ ਕਿਸ ਤਰ੍ਹਾਂ ਵਧਾਇਆ ਜਾਏ When we work, we ask everyone, all the staff,
if you have any issue, if you're a bit sick, anything, please do not come to work, stay home. और जहां तक काम लेने की बात है तो we ask them like, okay, if you go, because we tell every staff that we are here for the community, we are here for the customers, so we मतलब make sure करो कि तुसी इधर उधर ऐसे ना जाओ, वो unnecessary ना जाओ, ताकि अगर आपको कोई प्रॉब्लम होती है, आपके यहाँ आ गए, यहाँ से फिर प्रॉब्लम होती है, हमें, हमारे कस्टमर सबको वो प्रॉब्लम हो सकती है. तो अपने स्टाफ से यही रिक्वेस्ट रहती है कि भाई प्लीज कहीं भी जाओ, यूज अपने आपको सेफ रख के जाओ. कहीं जाते हो, गैदरिंग पे जाते हो, तो मेक श्योर कि आप अगर अपने आप को सेफ रखे जाओ. ਜੀ ਨਹੀਂ, ਸੇਫ ਤਾਂ ਠੀਕ ਗੱਲ ਹੈ, ਸੁਰੱਖਿਅਤ ਰੱਖਣਾ ਠੀਕ ਗੱਲ ਹੈ, ਪਰ ਇੱਥੇ ਸਵਾਲ ਇਹ ਪੈਦਾ ਹੋ ਰਿਹਾ ਕਿ ਉਹਨਾਂ ਦਾ ਮਨੋਬਲ ਕਿਸ ਤਰ੍ਹਾਂ ਵਧਾਇਆ ਜਾਏਗਾ, ਉਹਨਾਂ ਦਾ ਮੋਰਲ ਕਿਸ ਤਰ੍ਹਾਂ ਵਧਾਇਆ ਜਾਏਗਾ, ਕਿਉਂਕਿ ਹਰ ਪਾਸੇ ਉਹਨਾਂ ਨੂੰ ਕੋਰੋਨਾ ਹੀ ਨਜ਼ਰ ਆ ਰਿਹਾ ਹੈ. ਜਦੋਂ ਕੋਈ ਕਲਾਇੰਟ ਆ ਰਿਹਾ ਹੈ, ਜਦੋਂ ਕੋਈ ਇੱਕ ਗਾਹਕ ਰੈਸਟੋਰੈਂਟ ਵਿੱਚ ਆ ਰਿਹਾ, ਖਾਣ ਪੀਣ ਲਈ ਆ ਰਿਹਾ ਹੈ, ਹੋ ਸਕਦਾ ਉਹ ਆਪਣੇ ਨਾਲ ਕੋਰੋਨਾ ਨਾਲ ਲੈ ਕੇ ਆ ਰਿਹਾ ਹੋਵੇ, ਕਿਉਂਕਿ ਕਈ ਕੋਰੋਨਾ ਦੇ ਜਿਹੜੇ ਮਰੀਜ਼ ਨੇ ਅਜੇ ਵੀ ਪਾਏ ਗਏ ਨੇ, ਜੋ ਕਿ ਕੋਈ ਵੀ ਉਹਨਾਂ 'ਚ ਸਿੰਪਟਮਸ ਨਹੀਂ ਹੈ, ਕੋਈ ਵੀ ਲੱਛਣ ਮੌਜੂਦ ਨਹੀਂ ਹੈ, ਪਰ ਫਿਰ ਵੀ ਉਹ ਕੋਵਿਡ ਪੋਜ਼ਿਟਿਵ ਹੈਗੇ ਹੈ. ਸੋ ਆਮ ਲੋਕਾਂ ਨੂੰ ਇਹ ਡਰ ਜ਼ਰੂਰ ਸਤਾ ਰਿਹਾ ਕਿ ਸਾਹਮਣੇ ਵਾਲਾ ਜਿਸ ਨਾਲ ਮੈਂ ਗੱਲ ਕਰ ਰਿਹਾ, ਮੇਰੇ ਫੇਸ ਟੂ ਫੇਸ ਜਿਸ ਬੰਦੇ ਨਾਲ ਹੈਗੇ ਨੇ, ਉਸ ਕੋਲ ਚਾਹੇ ਕੋਈ ਸਿੰਪਟਮਸ ਨਹੀਂ ਹੈ, ਕੋਈ ਲੱਛਣ ਨਹੀਂ ਹੈ, ਪਰ ਹੋ ਸਕਦਾ ਹੈ ਉਹ ਕੋਵਿਡ ਪੋਜ਼ਿਟਿਵ ਹੋਵੇ. ਅਜਿਹੇ ਵਿੱਚ ਮੁਲਾਜ਼ਮਾਂ ਦਾ ਮਨੋਬਲ ਕਿਵੇਂ ਵਧਾਇਆ ਜਾਏਗਾ? मुलाजिम लाइक एम्प्लॉय, राइट? जी, ओके. भाजी अपना उनको यही रहता है कि देखो, अगर हम चीज उनको यही कहते हैं कि अगर इफ यू मेंटेन अ प्रॉपर, अपने आप को सेफ करके काम करोगे तो ऐसा कुछ नहीं होता है. बट अगर हमारी थोड़ी सी जो लाइक कहते हैं ना, थोड़ी सी हमारी गलतियां हमें ही ले जाएगी, राइट? तो उनको यही रहता है कि भाई अगर आप कुछ भी काम कर रहे हो, आते हो जाते हो, कुछ भी अंदर काउंटर पे कुछ भी हो, तो मेक श्योर कि लाइक तब तक ऐसा कुछ नहीं होगा कि आप मतलब किसी चीज को ऐसे करोगे. लेकिन हाँ, अगर आपने सेफ्टी से काम कर रहे हो तो फिर कुछ होने का वो नहीं है. एंड दे नो दैट टू, लाइक भाई हमें क्या करना चाहिए. एंड वी हैव एवरीबॉडी प्रोफेशनल in the kitchen. We have like my partner Vinod, he is very good experience. The chef with me, he is very good experience. The front of the person, they are pretty good experience. So like हम आपस में यही रहता है कि हाँ नहीं, मेक श्योर कि काम करो लेकिन सेफ्टी से काम करो. ये नहीं कि आप हम जा रहे किसी मिल रहे हैं या ऐसे, मतलब अवॉइड करो कि मिलना, ज्यादा कांटेक्ट नहीं कि हाँ हमने खाना देना है तो बैग में हाथ देके some time person hold touch each other, right? तो उनको वही कोशिश रहती है कि आप किसी के मतलब थोड़ा डिस्टेंस रखो एंड एवरीथिंग विल बी गुड. ਇਹ ਸਵਾਲ ਪਰਮੀਤ ਜੀ ਤੁਹਾਡੇ ਤੋਂ ਮੈਂ ਲੈਣਾ ਚਾਹਾਂਗਾ, ਕਿਉਂਕਿ ਲਗਾਤਾਰ ਸਾਨੂੰ ਮੁਲਾਜ਼ਮਾਂ ਦਾ ਜਦੋਂ ਤੱਕ ਮਨੋਬਲ ਨਹੀਂ ਵਧਾਇਆ ਜਾਂਦਾ, ਹਿੰਮਤ ਨਹੀਂ ਦਿੱਤੀ ਜਾਂਦੀ, ਉਹਨਾਂ ਦਾ ਮੋਰਲ ਨਹੀਂ ਵਧਾਇਆ ਜਾਂਦਾ, ਉਦ ਤੱਕ ਉਹਨਾਂ ਦੇ ਕੰਮ ਨੂੰ ਹੋਰ ਵਧੀਆ ਕਰਨ ਦਾ ਜਜ਼ਬਾ ਪੈਦਾ ਨਹੀਂ ਹੁੰਦਾ. ਕਿਉਂਕਿ ਜੇਕਰ ਅਸੀਂ ਕੋਰੋਨਾ ਦੇ ਮਾਮਲੇ ਤੋਂ ਪਹਿਲਾਂ ਦੀ ਗੱਲ ਕਰੀਏ, ਕੋਰੋਨਾ ਵਾਇਰਸ ਤੋਂ ਪਹਿਲਾਂ ਦੀ ਗੱਲ ਕਰੀਏ, ਤਾਂ ਉਹਨਾਂ ਨੂੰ ਇਨਸੈਂਟਿਵਸ ਅਸੀਂ ਤਾਂ ਹੀ ਦਿੰਦੇ ਸੀਗੇ ਜਦੋਂ ਉਹਨਾਂ ਦਾ ਵਧੀਆ ਕੰਮ ਹੁੰਦਾ ਸੀ. ਕਈ ਵਾਰੀ ਉਹਨਾਂ ਨੂੰ ਬਾਹਰ ਭੇਜ ਦਿੱਤਾ, ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਬਾਹਰ ਭੇਜ ਦਿੱਤਾ, ਜਾਂ ਫਿਰ ਅਸੀਂ ਕੋਈ ਪਾਰਟੀ ਆਰਗੇਨਾਈਜ਼ ਕਰ ਲਈ ਆਪਣੇ EMPLOYEES ਲਈ ਤਾਂ ਕਿ ਉਹਨਾਂ ਦੇ ਵਿੱਚ ਇੱਕ ਮਿਲਵਰਤਨ ਵਧੇ. ਪਰ ਅੱਜ ਦਾ ਸਮਾਂ ਕੁਝ ਹੋਰ ਸਮਾਂ, ਅਸੀਂ ਇਸ ਤਰ੍ਹਾਂ ਕੁਝ ਵੀ ਨਹੀਂ ਕਰ ਸਕਦੇ. ਸੋ ਜੇਕਰ ਮਨੋਬਲ ਦੀ ਅਸੀਂ ਗੱਲ ਕਰਦੇ ਹਾਂ ਤਾਂ ਕਿਸ ਤਰ੍ਹਾਂ ਵਧਾਇਆ ਜਾ ਸਕਦਾ? ਇੱਕ ਆਖਰੀ ਸਵਾਲ ਤੁਹਾਡੇ ਤੋਂ. ਇਹਦੇ ਵਿੱਚ ਹਾਂਜੀ, ਇਹਦੇ ਵਿੱਚ EMPLOYE ਤੇ EMPLOYER ਦਾ ਰਿਲੇਸ਼ਨਸ਼ਿਪ ਬਹੁਤ ਜ਼ਰੂਰੀ ਹੈ ਜੀ. EMPLOYE ਦੇ ਉੱਪਰ ਕਿਸੇ ਤਰ੍ਹਾਂ ਦਾ ਪੀਅਰ ਪ੍ਰੈਸ਼ਰ ਨਾ ਹੋਵੇ, ਪਰ ਉੱਥੇ EMPLOYEES ਦੀ ਵੀ ਜ਼ਿੰਮੇਵਾਰੀ ਬਣਦੀ ਆ ਵੀ EMPLOYER ਜਦੋਂ ਬੈਡ ਟਾਈਮ ਦੇ ਵਿੱਚ ਆਪਾਂ ਸਾਰੇ ਲੰਘ ਰਹੇ ਹਾਂ, ਵੀ ਉੱਥੇ EMPLOYE ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਇੱਦਾਂ ਦੀ ਐਕਸਪੈਕਟੇਸ਼ਨ ਨਹੀਂ ਕਰਨੀ ਚਾਹੀਦੀ. ਉਹਨਾਂ ਨੂੰ ਇਸ ਗੱਲੋਂ ਨਾਰਾਜ਼ ਨਹੀਂ ਹੋਣਾ ਚਾਹੀਦਾ ਵੀ ਸਾਨੂੰ ਇਨਸੈਂਟਿਵ ਨਹੀਂ ਮਿਲੇ ਹੈਗੇ, ਕਿਉਂਕਿ ਟਫ ਟਾਈਮ ਦੇ ਵਿੱਚ ਸਾਡਾ ਫਰਜ਼ ਬਣਦਾ ਇੱਕ ਦੂਜੇ ਦੇ ਨਾਲ ਖੜਦਾ. ਜਿੱਥੇ EMPLOYER EMPLOYE ਦੇ ਨਾਲ ਖੜਦੇ ਨੇ ਮਾੜੇ, ਉਹਨਾਂ ਦੇ ਮਾੜੇ ਚੰਗੇ ਸਮੇਂ ਦੇ ਵਿੱਚ, ਉੱਥੇ EMPLOYE ਦਾ ਵੀ ਫਰਜ਼ ਬਣਦਾ EMPLOYER ਦੇ ਨਾਲ ਖੜਨਾ ਜੀ. ਤੇ ਨਾਲ ਦੇ ਨਾਲ ਇਹ ਆ ਵੀ ਰਲ ਮਿਲ ਕੇ ਇੱਕ ਜੇ ਤੁਹਾਡਾ ਇੱਕ ਫਰੈਂਡਲੀ, ਇੱਕ ਪਰਿਵਾਰਕ ਤੁਹਾਡਾ ਉੱਥੇ ਮਾਹੌਲ ਹੈ ਜੀ, ਇੱਕ ਦੂਜੇ ਨੂੰ ਤੁਸੀਂ ਚੀਅਰ ਅਪ ਕਰਨਾ, ਕੋਈ ਵਧੀਆ ਕੰਮ ਕਰਦਾ ਉਹਨੂੰ ਤੁਸੀਂ ਸ਼ਾਬਾਸ਼ ਦੇਣੀ, ਇੰਨੇ ਨਾਲ ਜਿਹੜੇ ਹੈਗੇ ਆ, ਜ਼ਰੂਰੀ ਨਹੀਂ ਵੀ ਆਪਾਂ ਨੂੰ ਕੋਈ ਆਪਣੇ ਇਨਸੈਂਟਿਵਸ ਨਾਲ ਜਾਂ ਕਿਸੇ ਤਰ੍ਹਾਂ ਦੇ ਨਾਲ ਬੰਦਾ ਖੁਸ਼ ਹੁੰਦਾ. ਹਮੇਸ਼ਾ ਇੱਕ ਬੰਦਾ ਚੀਅਰ ਅਪ ਕਰਨ ਨਾਲ ਇੱਕ ਜਿਵੇਂ ਕਹਿੰਦੇ ਪਿੱਠ ਥਾਪੜ ਨਾਲ ਵੀ ਬੰਦਾ ਖੁਸ਼ ਹੋ ਜਾਂਦਾ. ਤੇ ਉਹਦੇ ਨਾਲ ਇਹੀ ਆ ਵੀ ਇਸ ਟਾਈਮ ਤੇ ਦੋਹਾਂ ਧਿਰਾਂ ਦਾ ਫਰਜ਼ ਬਣਦਾ ਇੱਕ ਦੂਜੇ ਨਾਲ ਕੋਆਪਰੇਟ ਕਰਕੇ ਰਲ ਕੇ ਕੰਮ ਕਰਨ ਦਾ ਜੀ. ਤੇ ਇਹਦੇ ਨਾਲ ਡੈਫੀਨੇਟਲੀ ਜੇ ਉੱਥੇ ਖੁਸ਼ੀ ਵਾਲਾ ਮਾਹੌਲ ਬਣਿਆ ਹੋਇਆ ਜੀ, ਚਾਹੇ ਨਾ ਵੀ ਬਣਿਆ ਹੋਵੇ, ਕਈ ਵਾਰ ਆਪਾਂ ਦੇਖਦੇ ਨੇ ਉੱਥੇ ਪ੍ਰੈਡਿਕਟ ਕਰਦੇ ਹਾਂ ਵੀ ਹਾਂ ਆਪਾਂ ਇੱਕ ਦੂਜੇ ਨੂੰ ਚੇਅਰ ਅਪ ਕਰਨਾ, ਇੱਕ ਦੂਜੇ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਜੀ. ਜਿੱਥੇ ਉਹ ਚੀਜ਼ ਆਉਂਦੀ ਹੈ ਤੇ ਉੱਥੇ ਡੈਫੀਨੇਟਲੀ ਮੋਰਲ ਬੰਦੇ ਦਾ ਹਾਈ ਰਹੂਗਾ ਜੀ. ਤੇ ਉੱਥੇ ਹਾਂਜੀ EMPLOYEES ਦਾ ਵੀ ਡੈਫੀਨੇਟਲੀ ਫਰਜ਼ ਬਣਦਾ ਇਸ ਟਾਈਮ ਦੇ ਵਿੱਚ EMPLOYER ਦੇ ਨਾਲ ਖੜਨਾ ਜੀ. ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਪਰਮੀਤ ਜੀ, ਔਰ ਬਹੁਤ ਬਹੁਤ ਸ਼ੁਕਰੀਆ ਭਰਤ ਰਾਣਾ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਕਿਉਂਕਿ ਤੁਹਾਡੇ ਵੱਲੋਂ ਦਿੱਤੇ ਗਏ ਜਿਹੜੇ ਜਵਾਬ ਸੀ ਉਹ ਸਾਡੇ ਲਈ ਬਹੁਤ ਜ਼ਰੂਰੀ ਸੀ. ਕਿਉਂਕਿ ਅੱਜ ਅਸੀਂ ਗੱਲ ਕਰ ਰਹੇ ਸੀਗੇ
ਲੋਕਾਂ ਦੀ ਜਾਨ ਦਾ ਆਖਰ ਜ਼ਿੰਮੇਵਾਰ ਕੌਣ ਹੈ? ਪਰ ਲੋਕਾਂ ਦੀ ਜਾਨ ਦਾ ਜ਼ਿੰਮੇਵਾਰ ਖੁਦ ਲੋਕ ਹੀ ਨੇ, ਕਿਉਂਕਿ ਲੋਕਾਂ ਨੂੰ ਇਹ ਸਮਝਣਾ ਪਏਗਾ, ਕਿਉਂਕਿ ਜਦੋਂ ਉਹ ਘਰ ਤੋਂ ਬਾਹਰ ਨਿਕਲਦੇ ਨੇ ਤਾਂ ਉਹਨਾਂ ਨੇ ਆਪਣੀ ਸੁਰੱਖਿਆ ਵੀ ਕਰਨੀ ਹੈ ਅਤੇ ਫਿਰ ਆਪਣੇ ਆਸ-ਪਾਸ ਜਿਹੜੇ ਚੱਲ ਰਹੇ ਲੋਕਾਂ ਨੇ ਉਹਨਾਂ ਦੀ ਵੀ ਸੁਰੱਖਿਆ ਕਰਨੀ ਹੈ। ਅਤੇ ਜੇਕਰ ਤੁਸੀਂ ਆਪਣਾ COVID-19 ਦਾ ਜਿਹੜਾ ਟੈਸਟ ਕਰਾਇਆ ਹੋਇਆ ਕਿਤੇ ਨਾ ਕਿਤੇ ਤੁਹਾਨੂੰ ਪਤਾ ਕਿ ਤੁਸੀਂ ਪੋਜ਼ਿਟਿਵ ਹੋ, ਤਾਂ ਆਪਣੇ ਘਰਾਂ ਵਿੱਚ ਹੀ ਰਹੋ, ਕਿਉਂਕਿ ਕਈ ਕੇਸ ਇਸ ਸਮੇਂ ਸਾਹਮਣੇ ਆ ਚੁੱਕੇ ਨੇ ਕਿ ਲੋਕ ਜਿਹੜੇ ਨੇ COVID-19 ਪੋਜ਼ਿਟਿਵ ਹੋਣ ਦੇ ਬਾਵਜੂਦ ਸੜਕਾਂ ਤੇ ਚੱਲਦੇ ਫਿਰਦੇ ਪਾਏ ਗਏ ਨੇ ਅਤੇ ਫਿਰ ਉਹਨਾਂ ਤੇ ਸਖਤੀ ਜ਼ਰੂਰ ਵਰਤੀ ਗਈ ਹੈ। ਇਹ ਇੱਕ ਬਹੁਤ ਵੱਡਾ ਸਵਾਲ ਹੈ ਕਿ ਲੋਕ ਆਪਣੇ ਆਪ ਨੂੰ ਕੁਆਰੰਟਾਈਨ ਕਿਉਂ ਨਹੀਂ ਕਰਦੇ? ਕੁਆਰੰਟਾਈਨ ਕਰਨਾ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ ਵਿੱਚ, ਆਈਸੋਲੇਟ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਦੀ ਜਿਹੜੀ ਹੈ ਸੁਰੱਖਿਆ ਨਹੀਂ ਕਰੋਗੇ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦੇ ਗੰਭੀਰ ਨਤੀਜੇ ਤੁਹਾਨੂੰ ਹੀ ਭੁਗਤਣੇ ਪੈ ਸਕਦੇ ਨੇ, ਕਿਉਂਕਿ ਹੋ ਸਕਦਾ ਹੈ ਕਿ ਅੱਜ ਤੁਹਾਡੀ ਇਮਿਊਨਿਟੀ ਲੈਵਲ ਚੰਗਾ ਹੋਏਗਾ, ਬਹੁਤ ਚੰਗੀ ਗੱਲ ਹੈ ਕਿ ਤੁਸੀਂ ਉਸ ਤੇ ਜਿਹੜੇ ਨੇ ਨੈਗੇਟਿਵ ਇੰਪੈਕਟਸ ਤੋਂ ਬਚ ਰਹੇ ਹੋ, ਪਰ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਹੈ ਕਿ ਤੁਹਾਡੇ ਘਰ ਦੀ ਜਿਹੜੇ ਤੁਹਾਡੇ ਘਰ ਦੇ ਹੋਰ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਇਮਿਊਨਿਟੀ ਲੈਵਲ ਇੰਨਾ ਜ਼ਿਆਦਾ ਨਾ ਹੋਵੇ ਕਿ ਉਹ COVID-19 ਦੀ ਮਾਰ ਨੂੰ ਝੱਲ ਸਕਣ। ਜੀ ਹਾਂ, ਉਹਨਾਂ ਦੇ ਉੱਤੇ ਗੰਭੀਰ ਸਿੱਟੇ ਆ ਸਕਦੇ ਨੇ, ਗੰਭੀਰ ਨਤੀਜੇ ਉਹਨਾਂ ਨੂੰ ਭੁਗਤਣੇ ਪੈ ਸਕਦੇ ਨੇ, ਉਸ ਦੇ ਜ਼ਿੰਮੇਵਾਰ ਹੋ ਸਕਦਾ ਤੁਸੀਂ ਖੁਦ ਹੋਵੇ। ਔਰ ਇਸੇ ਤਰ੍ਹਾਂ ਜੇਕਰ ਤੁਸੀਂ ਬਾਹਰ ਕਿਤੇ ਜਾਂਦੇ ਹੋ ਤਾਂ ਆਪਣਾ ਫੇਸ ਨੂੰ ਢੱਕ ਕੇ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਹੱਥਾਂ ਵਿੱਚ ਗਲਵਸ ਪਾ ਕੇ ਕੰਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਫਿਰ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਤੁਹਾਡੀ ਜੇਕਰ ਕੰਪਨੀ ਵਿੱਚ ਅਥਾਹ ਮੁਲਾਜ਼ਮ ਕੰਮ ਕਰਦੇ ਨੇ, EMPLOYEES ਕੰਮ ਕਰਦੇ ਨੇ, ਤਾਂ ਉਹਨਾਂ ਤੋਂ ਕਿਸ ਤਰ੍ਹਾਂ ਤੁਸੀਂ ਬਚ ਕੇ ਰਹਿਣਾ ਹੈ ਅਤੇ ਹੋਰਨਾਂ ਨੂੰ ਤੁਸੀਂ ਆਪਣੇ ਆਪ ਤੋਂ ਦੂਰ ਕਿਸ ਤਰ੍ਹਾਂ ਰੱਖਣਾ ਹੈ। ਅਤੇ ਇਹ ਜਾਨ ਜਿਹੜੀ ਹੈ ਬਹੁਤ ਕੀਮਤੀ ਹੈ, ਤੁਸੀਂ ਇਸ ਜਾਨ ਨੂੰ ਪਛਾਣੋ, ਇਸ ਵਾਇਰਸ ਨੂੰ ਪਛਾਣੋ ਅਤੇ ਇਸ ਵਾਇਰਸ ਤੋਂ ਜਿੰਨਾ ਦੂਰ ਰਹੋਗੇ ਉਨੀ ਜ਼ਿਆਦਾ ਸੇਫਟੀ ਤੁਹਾਡੇ ਆਪਣੀ ਹੈ। ਬਹੁਤ ਬਹੁਤ ਸ਼ੁਕਰੀਆ ਸਾਡੇ ਇਸ ਪ੍ਰੋਗਰਾਮ ਨਜ਼ਰੀਆ ਨਾਲ ਜੁੜਨ ਦੇ ਲਈ, ਧੰਨਵਾਦ।